ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਗਗਨ ਦਮਮਾ ਬਾਜਿਓ ਪਰਿਓ ਨਿਸ਼ਾਨੈ ਕਾਹੋ ਖੇਤ ਜੁਮਾਂਡਿਓ ਸੂਰਮਾ ਅਬ ਜੂਜਨ ਕੋ ਦਾਓ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇਤ ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾੜੈ ਖੇਤ ਜੋ ਤੋ ਪ੍ਰੇਮ ਖਿਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨ ਕੀਜੈ ਬੇਸੁਮਾਰ ਅਥਾਹ ਅਗਣਤ ਅਤੋਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ ਜੁਗੋ ਜੁਗ ਅਟਲ ਚਵਰ ਛਤਰ ਦੇ ਮਾਲਕ ਬਾਣੀ ਕੇ ਬੋਹਿਤ ਕਲਯੁਗ ਕੇ ਜਹਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੀ ਸਾਜੀ ਨਿਵਾਜੀ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸਭ ਤੋਂ ਪਹਿਲਾਂ ਧੰਨ ਧੰਨ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਗਰ ਪੂਛਾਂ ਵੱਲੋਂ 24ਵਾਂ ਮਹਾਨ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ। ਇਸੇ ਲੜੀ ਦੇ ਤਹਿਤ ਅੱਜ ਦੂਜੇ ਦਿਨ ਦਾ ਕੀਰਤਨ ਸਮਾਗਮ ਹੋ ਰਿਹਾ ਹੈ। ਇਹ ਕੀਰਤਨ ਸਮਾਗਮ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜਾ, ਸਾਕਾ ਨਨਕਾਣਾ ਸਾਹਿਬ ਜੀ ਦੇ ਸ਼ਹੀਦਾਂ ਦਾ 100 ਸਾਲਾ ਸ਼ਹੀਦੀ ਦਿਹਾੜਾ ਅਤੇ ਕਿਸਾਨਾਂ ਦੀ ਚੜ੍ਹਦੀ ਕਲਾ ਨੂੰ ਸਮਰਪਿਤ ਇਹ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ। ਦਾਸ ਨੂੰ ਜਿਹੜਾ ਵਿਸ਼ਾ ਦਿੱਤਾ ਗਿਆ ਉਹ ਸਾਕਾ ਨਨਕਾਣਾ ਸਾਹਿਬ ਜੀ ਦੇ ਸ਼ਹੀਦਾਂ ਤੇ ਵਿਚਾਰ ਕਰਨ ਦਾ ਵਿਸ਼ਾ ਦਿੱਤਾ ਗਿਆ ਤੇ ਸਾਡੇ ਦਰਮਿਆਨ ਸਰਦਾਰ ਦਲੀਪ ਸਿੰਘ ਜੀ ਸਾਹੋਵਾਲ ਜਿਹੜੇ ਅੱਜ ਤੋਂ 100 ਸਾਲ ਪਹਿਲਾਂ ਸ਼ਹੀਦ ਹੋਏ ਸਨ ਨਨਕਾਣਾ ਸਾਹਿਬ ਦੀ ਧਰਤੀ ਤੇ, ਉਹਨਾਂ ਦੇ ਦੋਤਰੇ ਸਰਦਾਰ ਸੁਖਵਿੰਦਰ ਸਿੰਘ ਜੀ ਨੂੰ ਅਸੀਂ ਬੇਨਤੀ ਕੀਤੀ ਸੀ ਕਿ ਸ਼ਹੀਦਾਂ ਦੀ ਅਸੀਂ ਸਾਂਝ ਪਾਣੀ ਹੈ, ਸ਼ਹੀਦਾਂ ਨੂੰ ਅਸੀਂ ਯਾਦ ਕਰਨਾ ਤੇ ਤੁਸੀਂ ਪਹੁੰਚਣਾ। ਉਹਨਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਤੇ ਸਰਦਾਰ ਸੁਖਵਿੰਦਰ ਸਿੰਘ ਜੀ ਨੇ ਆਪਣੇ ਸੁਪੁੱਤਰ ਭਾਈ ਹਰਮਨਦੀਪ ਸਿੰਘ ਜੀ ਨੂੰ ਸਾਡੇ ਕੋਲ ਭੇਜਿਆ। ਸ਼ਹੀਦਾਂ ਦੇ ਪਰਿਵਾਰ ਦੇ ਜੀ ਜਦੋਂ ਕੋਲ ਬੈਠੇ ਹੋਣ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਆਸ਼ੀਰਵਾਦ ਹੋਵੇ ਤੇ ਸ਼ਹੀਦਾਂ ਦੇ ਪਰਿਵਾਰ ਦੇ ਜੀ ਜਦੋਂ ਕੋਲ ਬੈਠੇ ਹੋਣ ਆਸ਼ੀਰਵਾਦ ਮਿਲ ਜਾਂਦਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਵੀ ਤੇ ਸ਼ਹੀਦਾਂ ਦਾ। ਦਾਸ ਦਾ ਜੀ ਕਰਦਾ ਕਿ ਇਹਨਾਂ ਵੀਰਾਂ ਦੇ ਚਰਨ ਧੋ ਕੇ ਪੀਤੇ ਜਾਣ, ਕਿਉਂਕਿ ਇਹਨਾਂ ਨੇ ਆਪਣੇ ਪਰਿਵਾਰ ਦੇ ਜੀ ਸ਼ਹੀਦ ਕਰਵਾਏ ਨੇ।
ਤੇ ਕਦੇ ਕਦੇ ਡਰ ਵੀ ਲੱਗਦਾ ਸਾਨੂੰ ਕਿ ਜਿੱਦਾਂ ਅੱਜ ਤੂੰ 100 ਸਾਲ ਪਹਿਲਾਂ ਸਾਕਾ ਵਰਤਿਆ ਸੀ ਨਾ, ਅੱਜ ਵੀ ਸਿੱਖਾਂ ਤੇ ਭੀੜ ਬਣੀ ਹੋਈ ਏ, ਕਿਤੇ ਉਹ ਕੰਮ ਸਰਕਾਰਾਂ ਦੁਬਾਰਾ ਨਾ ਕਰ ਦੇਣ। ਕਿਉਂਕਿ ਸਿੱਖ ਕੌਮ ਤੇ ਭੀੜ ਬਣਦੀ ਏ, ਜਦੋਂ ਸਿੱਖ ਕੌਮ ਤੇ ਭੀੜ ਬਣੀ ਏ ਨਾ, ਤਕਰੀਬਨ 37 ਸਾਲਾਂ ਬਾਅਦ ਭੀੜ ਬਣ ਜਾਂਦੀ ਸਿੱਖ ਕੌਮ ਤੇ। ਤਕਰੀਬਨ 1947 ਦੇ ਵਿੱਚ ਭੀੜ ਬਣੀ। ਦੇਸ਼ ਦੇ 2 ਹਿੱਸੇ ਹੋਏ, ਪਰ ਪੰਜਾਬ ਨੂੰ ਵੰਡ ਦਿੱਤਾ ਗਿਆ, ਜ਼ਿਆਦਾਤਰ ਹਿੱਸਾ ਪੰਜਾਬ ਦਾ। ਜੇ ਇੰਜ ਕਹਿ ਲਈਏ ਤੇ 99%, ਜੇ ਇੰਜ ਕਹਿ ਲਈਏ ਤੇ 100% ਹੀ ਜਿਹੜਾ ਪੰਜਾਬ ਨੂੰ ਕੱਟ ਕੇ ਦੂਜਾ ਦੇਸ਼ ਬਣਾ ਦਿੱਤਾ ਗਿਆ 1947 ਦੇ ਵਿੱਚ। ਫਿਰ 37 ਸਾਲਾਂ ਬਾਅਦ 1984 ਦੇ ਵਿੱਚ ਫਿਰ ਸਿੰਘਾਂ ਨੇ ਸੰਘਰਸ਼ ਕੀਤਾ, ਸਿੰਘਾਂ ਦੀ ਤੇ ਸਰਕਾਰਾਂ ਦੀ ਆਪਸ ਦੇ ਵਿੱਚ। ਫਿਰ ਸਿੰਘਾਂ ਤੇ ਜ਼ੁਲਮ ਹੁੰਦਾ ਰਿਹਾ। 84 ਤੋਂ 37 ਸਾਲਾਂ ਬਾਅਦ ਹੁਣ 2021 ਆਈ ਏ, ਤੇ ਫਿਰ ਹੁਣ ਸਿੰਘਾਂ ਤੇ ਜ਼ੁਲਮ ਹੋ ਰਿਹਾ। ਤੁਸੀਂ ਦੇਖਦੇ ਪਿਓ ਦਿੱਲੀ ਦੀ ਧਰਤੀ ਤੇ। ਚਾਹੀਦਾ ਤੇ ਇਹ ਵੇ ਦਿੱਲੀ ਦੇ ਰਾਜਿਆਂ ਨੂੰ, ਓਏ ਉੱਥੇ ਸਾਡਾ ਬਾਪੂ ਬੈਠਾ ਚਾਂਦਨੀ ਚੌਂਕ ਦੇ ਵਿੱਚ, ਉਹ ਕੱਲਾ ਸਾਡਾ ਹੀ ਬਾਪੂ ਨਹੀਂ, ਉਹ ਤੁਹਾਡਾ ਵੀ ਬਾਪੂ ਹੈ। ਜਦੋਂ ਸਵੇਰੇ ਉੱਠਦੇ ਹੋ ਨਾ, ਉੱਠਦੇ ਸਾਰ ਪਹਿਲਾਂ ਕਿਹਾ ਕਰੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਕਿਉਂਕਿ ਅੱਜ ਤੁਹਾਡਾ ਰਾਜ ਭਾਗ ਜੇ ਅੱਜ ਦਿੱਲੀ ਵਸਦੀ ਏ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਰਕੇ ਵਸਦੀ ਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤੁਹਾਡੇ ਵਾਸਤੇ ਸ਼ਹੀਦੀ ਪਾਈ। ਅੱਜ ਕੱਲ ਦੀਆਂ ਸਰਕਾਰਾਂ ਨੂੰ ਚਾਹੀਦਾ ਕਿਤੇ ਇੱਕ ਵਾਰੀ ਚਾਂਦਨੀ ਚੌਂਕ ਆ ਕੇ ਮੱਥਾ ਤੇ ਟੇਕੋ, ਫਿਰ ਆਪਣੇ ਮਨ ਵਿੱਚ ਵਿਚਾਰ ਕਰੋ, ਜਿਹੜੇ ਸਿੰਘ ਬੈਠੇ ਨੇ ਕੀ ਇਹ ਲੜਾਈ ਕਰਨ ਵਾਸਤੇ ਆਏ ਹੋਏ ਨੇ? ਜਿਹੜੇ ਇਹ ਸਿੰਘ ਬੈਠੇ ਨੇ ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੋਤਰੇ ਨੇ, ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਨੇ। ਕੀ ਇਹ ਲੜਾਈ ਕਰਨ ਆਏ ਹੋਏ ਨੇ? ਸਿੰਘਾਂ ਨੇ ਤੇ ਪਹਿਲਾਂ ਹੀ ਕਿਹਾ ਹੋਇਆ, ਜਿਹੜੇ ਅੱਜ ਦਿੱਲੀ 'ਚ ਵਿਖੇ ਧਰਨਾ ਲਾ ਕੇ ਬੈਠੇ ਹੋਏ ਨੇ, ਕਿ ਅਸੀਂ ਸ਼ਾਂਤਮਈ ਢੰਗ ਦੇ ਨਾਲ ਰੋਸ ਪ੍ਰਗਟ ਕਰਨਾ ਹੈ, ਸ਼ਾਂਤਮਈ ਢੰਗ ਦੇ ਨਾਲ। ਤੇ ਅੱਜ ਤੋਂ 100 ਸਾਲ ਪਹਿਲਾਂ ਜਦੋਂ ਸਾਕਾ ਨਨਕਾਣਾ ਸਾਹਿਬ ਵਰਤਿਆ ਸੀ ਨਾ, ਉਦੋਂ ਵੀ ਸ਼ਾਂਤਮਈ ਢੰਗ ਦੇ ਨਾਲ ਸਿੰਘ ਰੋਸ ਪ੍ਰਗਟ ਵੀ ਕਰਨਾ ਸੀ, ਤੇ ਸ਼ਾਂਤਮਈ ਢੰਗ ਦੇ ਨਾਲ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਹੋਏ ਨਨਕਾਣਾ ਸਾਹਿਬ ਦੀ ਧਰਤੀ ਤੇ ਪਹੁੰਚੇ ਸਨ। ਸਿੱਖ ਰਾਜ ਦੇ ਵਿੱਚ ਜਿੰਨੇ ਗੁਰਦੁਆਰਾ ਸਾਹਿਬ ਸਨ, ਜਿੰਨੇ ਵੀ ਗੁਰਦੁਆਰਾ ਸਾਹਿਬ ਸਨ, ਉਹ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਗੁਰਦੁਆਰਾ ਸਾਹਿਬਾਂ ਦੇ ਨਾਂ ਤੇ ਬਹੁਤ ਜ਼ਿਆਦਾ ਜ਼ਮੀਨਾਂ ਜਾਇਦਾਦਾਂ ਲਾ ਦਿੱਤੀਆਂ, ਕਿ ਉਹ ਗੁਰਦੁਆਰਾ ਸਾਹਿਬ ਦੀ ਜਿੰਨੀ ਆਮਦਨ ਆਵੇਗੀ ਉਹਦੇ ਨਾਲ ਗੁਰਦੁਆਰਾ ਸਾਹਿਬ ਦੇ ਜਿੰਨੇ ਖਰਚੇ ਨੇ ਉਹ ਚੱਲਣਗੇ। ਸਮਾਂ ਪਾ ਕੇ ਮਹਾਰਾਜਾ ਰਣਜੀਤ ਸਿੰਘ ਜੀ ਸੱਚਖੰਡ ਚਲੇ ਗਏ, ਚੜ੍ਹਾਈ ਕਰ ਗਏ। ਉਹਨਾਂ ਤੋਂ ਬਾਅਦ ਅੰਗਰੇਜ਼ਾਂ ਦਾ ਰਾਜ ਆਇਆ, ਤੇ ਅੰਗਰੇਜ਼ਾਂ ਨੇ ਇੱਕ ਮੀਟਿੰਗ ਕੀਤੀ। ਕੀ ਮੀਟਿੰਗ ਕੀਤੀ? ਕਿ ਅਸੀਂ ਪੂਰੇ ਜਿਹੜਾ ਹਿੰਦੁਸਤਾਨ ਤੇ ਕਬਜ਼ਾ ਕਰ ਲਿਆ ਸੀ, ਪਰ ਜਿਹੜਾ ਪੰਜਾਬ ਦਾ ਕਬਜ਼ਾ ਨਾ ਉਹ ਬਾਅਦ ਵਿੱਚ ਹੋਇਆ, ਸਭ ਨਾਲੋਂ ਬਾਅਦ ਦੇ ਵਿੱਚ। ਤੇ ਇਹਦੇ ਵਿੱਚ ਆਪਾਂ ਸਦਾ ਹੀ ਕਬਜ਼ਾ ਤਾਂ ਕਰ ਸਕਦੇ ਹਾਂ ਜੇ ਇਹਨਾਂ ਦੇ ਜਿਹੜੇ ਗੁਰਦੁਆਰਾ ਸਾਹਿਬ ਨੇ ਨਾ ਉਹ ਸਾਡੇ ਅੰਡਰ ਹੋ ਜਾਣ, ਕਿਉਂਕਿ ਇਹ ਜਿਹੜਾ ਸਿੱਖ ਨੇ ਗੁਰਦੁਆਰਾ ਸਾਹਿਬ ਦੀ ਮੰਨਦੇ ਨੇ। ਜੋ ਗੁਰੂ ਘਰ ਤੋਂ ਹੁਕਮ ਹੁੰਦਾ ਉਹ ਇਹ ਖਿੜੇ ਮੱਥੇ ਪ੍ਰਵਾਨ ਕਰਦੇ ਨੇ। ਉਹਨਾਂ ਨੇ ਇੱਕ ਮੀਟਿੰਗ ਕੀਤੀ, ਉਸ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਜਿੰਨੇ ਗੁਰਦੁਆਰਾ ਸਾਹਿਬ ਦੇ ਮਹੰਤ ਨੇ ਨਾ ਉਹਨਾਂ ਨੂੰ ਖਰੀਦਿਆ ਜਾਵੇ। ਜਿਹੜੇ ਖਰੀਦਣ ਹੁੰਦੇ ਨੇ ਖਰੀਦ ਲਓ, ਜਿੱਥੇ ਕੋਈ ਜਗ੍ਹਾ ਖਾਲੀ ਆਪਣਾ ਮਹੰਤ ਲਾ ਦਿਓ ਉੱਥੇ। ਉਹਨਾਂ ਨੇ ਆਪਣੇ ਮਹੰਤ ਬਿਠਾ ਦਿੱਤੇ, ਕੁਝ ਖਰੀਦ ਲਏ, ਕੁਝ ਆਪਣੇ ਨਵੇਂ ਮਹੰਤ ਬਿਠਾ ਦਿੱਤੇ। ਸਾਰੇ ਗੁਰਦੁਆਰਾ ਸਾਹਿਬਾਂ ਤੇ ਉਹਨਾਂ ਆਪਣਾ ਕਬਜ਼ਾ ਕਰ ਲਿਆ। ਹੁਣ ਇੱਕ ਉਹ ਮਹੰਤ ਨੇ, ਉਹਨਾਂ ਨੇ ਸੋਚਿਆ ਕਿ ਸਾਡਾ ਹੀ ਕਬਜ਼ਾ, ਹੁਣ ਸਾਡਾ ਹੀ ਰਾਜ ਏ। ਸਮੇਂ ਦੀ ਸਰਕਾਰ, ਉਸ ਸਮੇਂ ਅੰਗਰੇਜ਼ ਸਰਕਾਰ ਏ, ਉਹ ਸਾਡੇ ਨਾਲ ਏ, ਮਨ ਮਰਜ਼ੀਆਂ ਕਰਨ ਲੱਗ ਪਏ। ਇੱਕ ਸਰਕਾਰ ਬੰਦੇ ਦੇ ਨਾਲ ਹੋਵੇ, ਇੱਕ ਮਾਇਆ ਉਹਦੇ ਕੋਲ ਖੁੱਲੀ ਹੋਵੇ, ਇੱਕ ਆਮਦਨ ਉਹਨੂੰ ਖੁੱਲੀ ਹੋਵੇ, ਤੇ ਫਿਰ ਉਹ ਬੰਦੇ ਦਾ ਦਿਮਾਗ ਨਾ ਥੋੜਾ ਜਿਹਾ ਖਰਾਬ ਹੋ ਜਾਂਦਾ। ਅੱਜ ਵੀ ਤੁਸੀਂ ਦੇਖਦੇ ਹੋ ਨਾ,
ਸਮੇਂ ਦੀ ਸਰਕਾਰ ਤੇ ਅੱਜ ਕੱਲ ਦੇ ਉਦਯੋਗਪਤੀ ਇਕੱਠੇ ਹੋਏ ਨੇ, ਇਕੱਠੇ। ਤੇ ਉਦਯੋਗਪਤੀ ਵੀ ਇਹੀ ਕਰਦੇ ਪਏ ਨੇ ਜੋ ਉਸ ਸਮੇਂ ਕੀਤਾ ਉਹਨਾਂ ਨੇ। ਉਦਯੋਗਪਤੀਆਂ ਨੂੰ ਪਤਾ ਕਿ ਸਮੇਂ ਦੀ ਸਰਕਾਰ ਸਾਡੇ ਨਾਲ ਏ, ਇਹ ਲੋਕ ਕੀ ਕਰ ਲੈਣਗੇ, ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਨੇ। ਜਿੱਥੇ ਇੱਕ ਵਾਰੀ ਮੋਰਚਾ ਲਾ ਦਿੰਦੇ ਨੇ ਨਾ, ਫਿਰ ਮੋਰਚਾ ਫਤਿਹ ਕਰਕੇ ਹੀ ਉੱਠਦੇ ਨੇ, ਫਤਿਹ ਕਰਕੇ, ਉਸ ਤੋਂ ਪਹਿਲਾਂ ਨਹੀਂ ਉੱਠਦੇ। ਮਹੰਤ ਕਾਬਜ ਹੋ ਗਏ ਜਿੰਨੇ ਗੁਰਦੁਆਰਾ ਸਾਹਿਬ ਸੀ। ਫਿਰ ਉਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਦੀ ਆਮਦਨ 100 ਕਿੱਲਾ 500 ਕਿੱਲਾ 1000 ਕਿੱਲੇ, ਬਹੁਤ ਜ਼ਿਆਦਾ ਗੁਰਦੁਆਰਾ ਸਾਹਿਬ ਦੇ ਨਾਂ ਤੇ ਜ਼ਮੀਨਾਂ ਸਨ। ਉਹਨਾਂ ਨੂੰ ਆਮਦਨ ਆਣੀ ਸ਼ੁਰੂ ਹੋ ਗਈ। ਜਦੋਂ ਜ਼ਿਆਦਾ ਆਮਦਨ ਆਣੀ ਸ਼ੁਰੂ ਹੋ ਗਈ ਤੇ ਫਿਰ ਉਹਦਾ ਦਿਮਾਗ ਖਰਾਬ ਹੋ ਗਿਆ ਸਾਰੇ ਮਹੰਤਾਂ ਦਾ। ਵਿਭਚਾਰੀ ਹੋ ਗਏ ਲੋਕ, ਵਿਭਚਾਰੀ। ਤਰਨ ਤਾਰਨ ਸਾਹਿਬ ਦੀ ਧਰਤੀ ਏ। ਇਸ ਧਰਤੀ ਤੇ ਕਦੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ 1,57,000 ਰੁਪਇਆ ਉਸ ਸਮੇਂ ਦਾ ਗੁਰੂ ਸਾਹਿਬ ਜੀ ਦੇ ਟਾਈਮ ਤੇ 1,57,000 ਰੁਪਇਆ ਦੇ ਕੇ ਉਸ ਜਿਹੜੇ ਨਗਰ ਦੇ ਆਲੇ ਦੁਆਲੇ ਦੀ ਜ਼ਮੀਨ ਖਰੀਦ ਕੇ ਫਿਰ ਤਰਨ ਤਾਰਨ ਸਾਹਿਬ ਦਾ ਗੁਰਦੁਆਰਾ ਸਾਹਿਬ ਉੱਥੇ ਵਸਾਇਆ ਸੀ। ਉਸ ਸਮੇਂ 1,57,000, ਅੱਜ ਹਿਸਾਬ ਲਾ ਲਓ ਕਰੋੜਾਂ ਅਰਬਾਂ ਖਰਬਾਂ ਚ ਹੋਣਾ ਉਹ ਪੈਸਾ। ਤਰਨ ਤਾਰਨ ਸਾਹਿਬ ਦੀ ਧਰਤੀ ਦੇ ਜਿਹੜੇ ਮਹੰਤ ਸੀ, ਲੋਕ ਸਨ, ਉਹਨਾਂ ਨੇ ਕੀ ਕਰਨਾ, ਸ਼ਰਾਬ ਦੀਆਂ ਬੋਤਲਾਂ ਅੰਦਰ ਰੱਖਣੀਆਂ। ਤੇ ਇਹ ਨਹੀਂ ਕਿ ਕਮਰੇ 'ਚ ਰੱਖਣੀਆਂ, ਸਰੋਵਰ ਦੇ ਵਿੱਚ ਰੱਖਣੀਆਂ। ਸਰੋਵਰ 'ਚ, ਜਿਹੜਾ ਸਰੋਵਰ ਹੈ ਨਾ ਸਾਡਾ ਤਰਨ ਤਾਰਨ ਸਾਹਿਬ ਦਾ, ਉਹਦੇ ਵਿੱਚ ਬੋਤਲਾਂ ਰੱਖਣੀਆਂ ਉਹਨਾਂ ਨੇ ਤੇ ਉਹਨੂੰ ਠੰਡੀਆਂ ਕਰਨੀਆਂ। ਠੰਡੀਆਂ ਕਰਕੇ ਫਿਰ ਸ਼ਾਮ ਨੂੰ ਉਹਨਾਂ ਨੇ ਉਹ ਸ਼ਰਾਬ ਪੀਣੀ ਠੰਡੀ ਕਰਕੇ ਸਰੋਵਰ ਦੇ ਵਿੱਚ। ਜਦੋਂ ਸਿੰਘਾਂ ਨੇ ਰੋਕਿਆ ਕਿ ਇਹ ਸਾਡਾ ਧਾਰਮਿਕ ਸਥਾਨ ਹੈ, ਇੱਥੇ ਸ਼ਰਾਬ ਨਾ ਪੀਆ ਕਰੋ, ਤੇ ਮਹੰਤ ਕਹਿਣ ਲੱਗੇ ਜਿਵੇਂ ਤੁਹਾਡੀਆਂ ਦੁਕਾਨਦਾਰੀਆਂ ਨਾ, ਇਹ ਸਾਡੀ ਦੁਕਾਨ ਹੈ, ਇੱਥੇ ਸਾਡਾ ਰਾਜ ਹੈ। ਜਿੰਨੇ ਆਣਾ ਆਓ, ਜਿੰਨੇ ਨਹੀਂ ਆਣਾ ਨਾ ਆਓ, ਸਾਨੂੰ ਤੁਹਾਡੀ ਕੋਈ ਲੋੜ ਨਹੀਂ। ਕਿਉਂ? ਕਿਉਂਕਿ ਆਮਦਨ ਹੀ ਇੰਨੀ ਸੀ ਉਹਨਾਂ ਨੂੰ। ਤੇ ਕੀ ਕਰਨ ਲੱਗੇ, ਜਿੱਥੇ ਆਪਣੀਆਂ ਮਨ ਮਰਜ਼ੀਆਂ ਕਰਦੇ ਨੇ ਉੱਥੇ ਵੇਸਵਾਵਾਂ ਦਾ ਨਾਚ ਵੀ ਕਰਵਾਉਂਦੇ ਨੇ, ਅੰਦਰ ਹੀ, ਗੁਰਦੁਆਰਾ ਸਾਹਿਬ ਦੇ ਅੰਦਰ ਹੀ। ਤੇ ਜਦੋਂ ਸਿੰਘਾਂ ਨੇ ਰੋਕਿਆ ਤੇ ਕਹਿਣ ਲੱਗੇ ਇਹ ਸਾਡੀ ਦੁਕਾਨਦਾਰੀ ਤੇ ਸਾਡਾ ਰਾਜ ਏ। ਤੇ ਇੱਕ ਦਿਨ ਸਰਦਾਰ ਸੰਤ ਸਿੰਘ ਦਾ ਪੁੱਤਰ ਤੇ ਧੀ ਗੁਰਦੁਆਰਾ ਸਾਹਿਬ ਸ਼ਾਮ ਨੂੰ ਮੱਥਾ ਟੇਕਣ ਗਏ ਤੇ ਮਹੰਤਾਂ ਨੇ ਸੋਚਿਆ, ਦੇਖਿਆ ਕਿ ਇੱਕ ਸਿੰਘ ਦਾ ਪੁੱਤਰ ਆ ਰਿਹਾ, ਇੱਕ ਸਰਦਾਰ ਦੀ ਧੀ ਆ ਰਹੀ ਏ। ਤੇ ਉਹਨਾਂ ਨੇ ਕੀ ਕੀਤਾ, ਸਰਦਾਰ ਸੰਤ ਸਿੰਘ ਦੇ ਪੁੱਤਰ ਦੇ ਨਾਲ ਇੱਕ ਭਾਰਾ ਪੱਥਰ ਬੰਨ੍ਹ ਕੇ ਸਰੋਵਰ ਦੇ ਵਿੱਚ ਡੋਬ ਕੇ ਸ਼ਹੀਦ ਕਰ ਦਿੱਤਾ ਉਹਨਾਂ ਨੂੰ। ਤੇ ਜਿਹੜੀ ਉਹਨਾਂ ਦਾ ਸਰਦਾਰ ਸੰਤ ਸਿੰਘ ਦੀ ਧੀ ਸੀ, ਉਹਦੀ ਇੱਜ਼ਤ ਲੁੱਟ ਲਈ ਉਹਨਾਂ ਨੇ, ਪੱਤ ਲੁੱਟ ਲਈ। ਮਹੰਤ ਇੰਨੇ ਵਿਭਚਾਰੀ ਹੋ ਗਏ। ਸਿੰਘਾਂ ਦਾ ਰੋਹ ਜਾਗਿਆ। ਸਿੰਘਾਂ ਨੇ ਕਿਹਾ ਕਿ ਮਹੰਤ ਵਿਗੜ ਗਏ ਨੇ, ਹੁਣ ਇਹਨਾਂ ਦੇ ਨਾਲ ਪਿਆਰ ਨਾਲ ਗੱਲਬਾਤ ਨਹੀਂ ਕਰਨੀ, ਇਹਨਾਂ ਕੋਲ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਆਪਣੇ ਹੱਥਾਂ 'ਚ ਲੈਣਾ ਪੈਣਾ। ਜਦੋਂ ਮਹੰਤਾਂ ਨੂੰ ਇਸ ਗੱਲ ਦਾ ਪਤਾ ਲੱਗਾ, ਉਹ ਕਹਿਣ ਲੱਗੇ ਜੀ ਆਪਾਂ ਗੱਲਬਾਤ ਰਾਹੀਂ ਮਸਲਾ ਹੱਲ ਕਰ ਲੈਂਦੇ ਆ, ਆਪਾਂ ਅੱਗੇ ਤੋਂ ਐਵੇਂ ਦਾ ਕੰਮ ਨਹੀਂ ਕਰਦੇ। ਸਿੰਘ ਕਹਿਣ ਲੱਗੇ ਠੀਕ ਹੈ। 26 ਜਨਵਰੀ ਮਿੱਥੀ ਗਈ, ਗੱਲਬਾਤ ਕਰਨ ਲੱਗੇ ਤੇ ਗੱਲਬਾਤ ਕਰਦਿਆਂ ਵੀ ਮਹੰਤ ਦੇ ਮਨ ਵਿੱਚ ਚਾਲ ਸੀ ਕਿ ਇਹ ਗੱਲਬਾਤ ਕਰਨਗੇ ਤੇ ਆਪਾਂ ਫਿਰ ਕੋਈ ਨਾ ਕੋਈ ਕੰਮ ਕਰ ਦਾਂਗੇ। ਜਦੋਂ ਗੱਲਬਾਤ ਚੱਲੀ ਸ਼ਾਮ ਤੱਕ, ਤੇ ਸ਼ਾਮ ਨੂੰ ਕੀ ਹੋਇਆ, ਸਰਦਾਰ ਹਜ਼ਾਰਾ ਸਿੰਘ ਤੇ ਸਰਦਾਰ ਹੁਕਮ ਸਿੰਘ ਅੰਦਰ ਮੱਥਾ ਟੇਕਣ ਗਏ। ਜਦੋਂ ਮੱਥਾ ਟੇਕਣ ਗਏ ਤੇ ਮਹੰਤ ਦੇ ਗੁੰਡਿਆਂ ਨੇ ਛਵੀਆਂ ਦੇ ਨਾਲ ਉਹਨਾਂ ਦੇ ਸੀਸ ਧੜ ਤੋਂ ਅਲੱਗ ਕਰ ਦਿੱਤੇ, ਅੰਦਰ ਹੀ ਵੜ ਦਿੱਤੇ ਦੋਵੇਂ ਸਿੰਘ ਵੱਡੇ। ਪਤਾ ਲੱਗ ਗਿਆ ਸਿੰਘਾਂ ਨੂੰ ਕਿ ਇਹ ਮਹੰਤ ਦੀ ਚਾਲ ਏ। ਉਹਨਾਂ ਨੇ ਫਿਰ ਮਹੰਤ ਨੂੰ ਭਜਾਇਆ, ਉੱਥੋਂ ਭਜਾ ਕੇ ਉੱਥੇ ਕਬਜ਼ਾ ਕੀਤਾ ਤਰਨ ਤਾਰਨ ਸਾਹਿਬ ਦੇ ਗੁਰਦੁਆਰਾ ਸਾਹਿਬ ਤੇ। ਫਿਰ ਦੋਵਾਂ ਸਿੰਘਾਂ ਦੇ ਭੋਗ ਤੇ ਸਰਦਾਰ ਕਰਤਾਰ ਸਿੰਘ ਝੱਬਰ, ਲਛਮਣ ਸਿੰਘ ਧਾਰੋਵਾਲ ਸਾਰੇ ਪਹੁੰਚੇ ਦੋਵਾਂ ਸਿੰਘਾਂ ਦੇ ਭੋਗ ਤੇ। ਫਿਰ ਲਛਮਣ ਸਿੰਘ ਧਾਰੋਵਾਲ ਨੇ ਇੱਕ ਉੱਚੀ ਆਵਾਜ਼ ਵਿੱਚ ਕਿਹਾ, ਸਿੰਘੋ ਇਸ ਅਸਥਾਨ ਤੇ ਆਪਾਂ ਕਬਜ਼ਾ ਕਰ ਲਿਆ, ਪਰ ਮਹੰਤ ਬੜੇ ਵਿਭਚਾਰੀ ਹੋ ਗਏ ਨੇ। ਨਨਕਾਣਾ ਸਾਹਿਬ ਦੇ ਅਸਥਾਨ ਤੇ ਵੀ ਆਪਾਂ ਕਬਜ਼ਾ ਕਰਨਾ ਹੈ, ਕਿਉਂਕਿ ਸਾਡਾ ਉਹ ਜਨਮ ਸਥਾਨ ਹੈ, ਸਿੱਖੀ ਦਾ ਜਨਮ ਸਥਾਨ ਹੈ। ਤੇ ਜਿੱਥੋਂ ਸਾਨੂੰ ਗੁਰਬਾਣੀ ਦੀਆਂ ਆਵਾਜ਼ਾਂ ਆਣੀਆਂ ਚਾਹੀਦੀਆਂ, ਉੱਥੇ ਨਰੈਣੂ ਮਹੰਤ ਕੁਕਰਮ ਕਰਦਾ ਪਿਆ, ਕੁਕਰਮ ਕਰਦਾ ਪਿਆ। ਲਛਮਣ ਸਿੰਘ ਧਾਰੋਵਾਲ ਨੇ ਆਪਣੀ ਜ਼ਿੰਮੇਵਾਰੀ ਸਮਝੀ
ਤੇ ਕਹਿਣ ਲੱਗਾ ਸਾਰੇ ਸਿੰਘ ਇਕੱਠੇ ਹੋਵੋ ਤੇ ਨਨਕਾਣਾ ਸਾਹਿਬ ਨੂੰ ਵੀ ਆਪਾਂ ਆਪਣੇ ਕਬਜ਼ੇ ਵਿੱਚ ਲੈਣਾ ਹੈ, ਆਪਣੇ ਪ੍ਰਬੰਧ ਵਿੱਚ ਲੈਣਾ ਹੈ। ਜਦੋਂ ਸ਼੍ਰੋਮਣੀ ਕਮੇਟੀ ਨੂੰ ਇਸ ਗੱਲ ਦਾ ਪਤਾ ਲੱਗਾ, 1920 ਵਿੱਚ ਸ਼੍ਰੋਮਣੀ ਕਮੇਟੀ ਬਣ ਚੁੱਕੀ ਸੀ, ਉਹਨਾਂ ਨੇ ਕਿਹਾ ਆਪਾਂ ਗੱਲਬਾਤ ਰਾਹੀਂ ਮਸਲਾ ਹੱਲ ਕਰਾਂਗੇ। 4, 5, 6 ਮਾਰਚ ਦਾ ਸਮਾਂ ਮਿਥਿਆ ਗਿਆ। 4, 5, 6 ਮਾਰਚ ਉਹਦਾ ਸਮਾਂ ਮਿਥਿਆ ਗਿਆ ਕਿ ਆਪਾਂ ਗੱਲਬਾਤ ਕਰਾਂਗੇ, ਨਰੈਣੂ ਮਹੰਤ ਨਾਲ ਗੱਲਬਾਤ ਕਰਨ ਜਾਵਾਂਗੇ। ਹੁਣ ਨਰੈਣੂ ਮਹੰਤ ਨੇ ਬੁਲਾਣਾ ਸੀ 4, 5, 6 ਨੂੰ ਗੱਲਬਾਤ ਕਰਨ ਵਾਸਤੇ, ਪਰ ਅੰਗਰੇਜ਼ ਸਰਕਾਰ ਦੇ ਨਾਲ ਮਿਲ ਕੇ ਉਹਨਾਂ ਨੇ ਕਵਿਊਂਤਬੰਦੀ ਕਰ ਲਈ ਕਿ ਜਿੰਨੇ ਅਕਾਲੀ ਲੀਡਰ ਉਸ ਸਮੇਂ ਦੇ, ਜਿੰਨੇ ਸਿੱਖ ਲੀਡਰ ਨਨਕਾਣਾ ਸਾਹਿਬ ਦੀ ਧਰਤੀ ਤੇ ਪਹੁੰਚਣਗੇ, ਸਾਰਿਆਂ ਨੂੰ ਉੱਥੇ ਹੀ ਵੱਢ ਦੇਣਾ। ਸਾਰਿਆਂ ਨੂੰ, ਸਾਰੇ ਬੁਲਾ ਲਓ, ਜਦੋਂ ਗੱਲਬਾਤ ਕਰਨਗੇ ਸਾਰਿਆਂ ਨੂੰ ਖਤਮ ਕਰ ਦਿਓ। ਇੱਕੋ ਵਾਰੀ ਜਿੰਨੇ ਸਿੱਖ ਲੀਡਰ ਨੇ ਖਤਮ ਕਰ ਦਿਆਂਗੇ। ਜਦੋਂ ਸਾਰੇ ਸਿੱਖ ਲੀਡਰ ਖਤਮ ਹੋ ਗਏ, ਫਿਰ ਕਿਹੜਾ ਗੱਲਬਾਤ ਕਰ ਸਕਦਾ? ਸਾਰਿਆਂ ਨੂੰ ਮਾਰ ਦਿਆਂਗੇ ਉੱਥੇ। ਹੁਣ ਇਸ ਗੱਲ ਦਾ ਪਤਾ ਸਿੱਖਾਂ ਨੂੰ ਵੀ ਲੱਗਾ ਕਿ ਜਿਹੜਾ ਉਹ ਮਹੰਤ ਏ ਉਹਦੇ ਮਨ ਵਿੱਚ ਖੋਟ ਏ, ਤੇ ਲਛਮਣ ਸਿੰਘ ਧਾਰੋਵਾਲ ਪਿੰਡ ਪਿੰਡ ਪ੍ਰਚਾਰ ਕਰਨ ਲੱਗੇ ਕਿ ਅਸੀਂ ਨਨਕਾਣਾ ਸਾਹਿਬ ਦੀ ਧਰਤੀ ਤੇ ਪਹੁੰਚਣਾ ਤੇ ਨਰੈਣੂ ਮਹੰਤ ਕੋਲੋਂ ਪ੍ਰਬੰਧ ਆਪਣੇ ਹੱਥਾਂ ਵਿੱਚ ਲੈਣਾ। ਤੇ ਸਿੱਖਾਂ ਨੂੰ ਪਤਾ ਲੱਗਾ ਕਿ ਨਰੈਣੂ ਮਹੰਤ 20 ਫਰਵਰੀ ਨੂੰ 20 ਫਰਵਰੀ ਸਨ 1921 ਨੂੰ ਲਾਹੌਰ ਵਿੱਚ ਇੱਕ ਉਹਨੇ ਮੀਟਿੰਗ ਕਰਨ ਜਾਣਾ, ਇੱਕ ਸਰਬ ਧਰਮ ਸੰਮੇਲਨ, ਉੱਥੇ ਮੀਟਿੰਗ ਉਹਨੇ ਕਰਨ ਜਾਣਾ। ਤੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਦੱਸੇ ਬਿਨਾਂ, ਸ਼੍ਰੋਮਣੀ ਕਮੇਟੀ ਨੂੰ ਨਹੀਂ ਦੱਸਣਾ ਕਿਉਂਕਿ ਉਹਨਾਂ ਨੇ 4, 5 ਤੇ 6 ਮਾਰਚ ਨੂੰ ਗੱਲਬਾਤ ਕਰਨ ਜਾਣਾ। ਅਸੀਂ ਉਹਨਾਂ ਨੂੰ ਦੱਸੇ ਬਿਨਾਂ 20 ਫਰਵਰੀ ਨੂੰ ਸ਼ਾਂਤਮਈ ਢੰਗ ਦੇ ਨਾਲ ਸਿੱਖ ਲੈ ਕੇ ਜਾਵਾਂਗੇ ਤੇ ਨਨਕਾਣਾ ਸਾਹਿਬ ਦਾ ਜਿਹੜਾ ਪ੍ਰਬੰਧ ਹੈ ਆਪਣੇ ਹੱਥਾਂ ਵਿੱਚ ਲੈ ਲਾਂਗੇ। ਲਛਮਣ ਸਿੰਘ ਧਾਰੋਵਾਲ ਨੇ ਸਾਰਿਆਂ ਨਗਰਾਂ ਵਿੱਚ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਨਾਲ ਇਹ ਕਹਿ ਦਿੱਤਾ ਕੱਲੇ ਕੱਲੇ ਨਗਰ ਵਿੱਚ ਇੱਕ ਤਾਰ ਆਵੇਗੀ। ਤਾਰ, ਪਹਿਲਾਂ ਲੋਕ ਤਾਰ ਭੇਜਦੇ ਹੁੰਦੇ ਸੀ, ਪੁਰਾਣੇ ਬਜ਼ੁਰਗਾਂ ਨੂੰ ਪਤਾ ਹੈ। ਇੱਕ ਤਾਰ ਆਵੇਗੀ ਤੇ ਤਾਰ ਤੇ ਲਿਖਿਆ ਹੋਏਗਾ ਕੰਬਲ ਮਿਲ ਗਏ ਹਨ। ਜੇ ਤੇ ਇਹ ਲਿਖਿਆ ਹੋਇਆ ਕਿ ਕੰਬਲ ਮਿਲ ਗਏ ਹਨ ਤੇ ਫਿਰ ਆਪਾਂ ਸਾਰਿਆਂ ਨੇ 19 ਫਰਵਰੀ ਨੂੰ ਤੁਰ ਪੈਣਾ ਤੇ 19 ਫਰਵਰੀ ਨੂੰ ਰਾਤ ਨੂੰ ਇੱਕ ਥਾਂ ਇਕੱਠੇ ਹੋਣਾ ਤੇ 20 ਫਰਵਰੀ ਦੀ ਆਸਾ ਦੀ ਵਾਰ ਆਪਾਂ ਨਨਕਾਣਾ ਸਾਹਿਬ ਦੀ ਧਰਤੀ ਤੇ ਉੱਥੇ ਪੜ੍ਹਨੀ ਸਾਰਿਆਂ ਨੇ ਸੰਗਤ ਰੂਪ ਵਿੱਚ। ਤੇ ਜੇ ਤਾਰ ਤੇ ਇਹ ਲਿਖਿਆ ਹੋਇਆ ਕਿ ਕੰਬਲ ਨਹੀਂ ਮਿਲੇ, ਕੰਬਲ ਨਹੀਂ ਮਿਲੇ ਹਨ, ਤੇ ਫਿਰ ਆਪਾਂ ਕਿਸੇ ਨੇ ਨਹੀਂ ਆਉਣਾ। ਹੁਣ ਲਛਮਣ ਸਿੰਘ ਧਾਰੋਵਾਲ ਨੇ ਪਿੰਡ ਪਿੰਡ ਸੁਨੇਹੇ ਭੇਜੇ। ਪਹਿਲਾਂ ਇਹੀ ਸਾਧਨ ਸੀ ਸੁਨੇਹੇ ਭੇਜਣ ਦਾ, ਅੱਜ ਕੱਲ ਤੇ ਹੋਰ ਸਾਧਨ ਆ ਗਏ ਨੇ ਬੜੇ, ਕਿਤੇ WhatsApp, ਕਿਤੇ Facebook, ਕਿਤੇ ਮੋਬਾਈਲ ਫੋਨ ਆ ਗਏ ਨੇ, ਬੜਾ ਕੁਝ ਆ ਗਿਆ। ਸੁਨੇਹੇ ਭੇਜੇ ਗਏ। ਹੁਣ ਨਗਰਾਂ ਵਿੱਚ ਸੁਨੇਹੇ ਮਿਲੇ ਤੇ ਜਥਿਆਂ ਨੂੰ ਇਹ ਕਿਹਾ ਗਿਆ ਕਿ ਆਪਾਂ ਜਾਣਾ, ਪਰ ਜਾਣਾ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਜਾਣਾ। ਕਿਉਂ? ਕਿਉਂਕਿ ਜੇ ਅਸੀਂ ਹਥਿਆਰਬੰਦ ਹੋ ਕੇ ਗਏ, ਜੇ ਸਾਡੀ ਅੰਦਰ ਕੋਈ ਲੜਾਈ ਝਗੜਾ ਹੋਇਆ ਸਾਡਾ ਉਹਨਾਂ ਦੇ ਨਾਲ, ਤੇ ਸ਼੍ਰੋਮਣੀ ਕਮੇਟੀ ਨੇ ਕਹਿ ਦੇਣਾ ਕਿ ਆਪਾਂ ਗੱਲਬਾਤ ਕਰਨ ਜਾਣਾ ਸੀ, ਤੁਸੀਂ ਗਰਮ ਦਲੀਏ ਪਹਿਲਾਂ ਚੱਲ ਗਏ ਹੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਾਤੀ ਤੁਸੀਂ, ਬੇਅਦਬੀ। ਅਸੀਂ ਸ਼ਾਂਤਮਈ ਢੰਗ ਦੇ ਨਾਲ ਗੱਲਬਾਤ ਕਰਨ ਜਾਣਾ ਤੇ ਸ਼ਾਂਤਮਈ ਢੰਗ ਦੇ ਨਾਲ ਹੀ ਪ੍ਰਬੰਧ ਆਪਣੇ ਹੱਥਾਂ 'ਚ ਲੈਣਾ। ਹੁਣ ਸੁਨੇਹੇ ਪਹੁੰਚੇਗੇ, ਤਾਰਾਂ ਪਹੁੰਚੀਆਂ, ਪਿੰਡ ਪਿੰਡ ਤਾਰਾਂ ਪਹੁੰਚੀਆਂ। ਇੱਕ ਪਿੰਡ ਪੈਂਦਾ ਜਰਗ, ਉੱਥੇ ਸੁਨੇਹਾ ਮਿਲਿਆ। ਉੱਥੇ ਰਹਿਣ ਵਾਲਾ ਇੱਕ ਸਿੱਖ ਸਰਦਾਰ ਕੇਰ ਸਿੰਘ, ਉਹਨੂੰ ਸੁਨੇਹਾ ਮਿਲਿਆ। ਪਹਿਲਾਂ ਉਹ ਅੰਗਰੇਜ਼ ਫੌਜ ਵਿੱਚ ਨੌਕਰੀ ਕਰਦਾ ਸੀ। ਉਹਨੂੰ ਸੁਨੇਹਾ ਮਿਲਿਆ, ਉਸ ਸਮੇਂ ਉਹ ਰਿਟਾਇਰਮੈਂਟ ਹੋ ਕੇ ਘਰ ਆ ਗਿਆ ਸੀ। ਉਹਨੂੰ ਪਤਾ ਲੱਗਾ ਕਿ ਨਨਕਾਣਾ ਸਾਹਿਬ ਦੀ ਧਰਤੀ ਤੇ ਜਾਣਾ ਹੈ। ਪਿਛਲੀ ਉਮਰੇ ਉਹਦੀ ਸ਼ਾਦੀ ਹੋਈ, ਦਰਅਸਲ ਉਹਦੀ ਆਪਣੀ ਸ਼ਾਦੀ ਨਹੀਂ ਹੋਈ ਸੀ, ਉਹਦਾ ਨਾਲ ਦਾ ਸਾਥੀ ਹੌਲਦਾਰ ਉਹ ਜੰਗ ਵਿੱਚ ਸ਼ਹੀਦ ਹੋ ਗਿਆ ਸੀ ਤੇ ਉਹਦੀ ਧਰਮ ਪਤਨੀ ਦੇ ਉਹ ਜਿਸ ਤਰ੍ਹਾਂ ਵੀ ਚਾਦਰ ਪਾਉਂਦੇ ਕਹਿ ਲੋ, ਜਾਂ ਉਹ ਦੂਜੀ ਸ਼ਾਦੀ ਕੀਤੀ ਸੀ ਤੇ ਉਹ ਉਹਦਾ ਹੋਇਆ ਸੀ ਵਿਆਹ। ਤੇ ਉਹਦਾ ਇੱਕ ਪੁੱਤਰ ਸੀ ਦਰਬਾਰਾ ਸਿੰਘ, 9 ਸਾਲ ਦਾ ਬੱਚਾ ਸੀ ਦਰਬਾਰਾ ਸਿੰਘ। ਹੁਣ ਕੇਰ ਸਿੰਘ ਨੂੰ ਖਬਰ ਮਿਲੀ। ਕੇਰ ਸਿੰਘ ਕੋਈ ਮਾੜਾ ਮੋਟਾ ਥੋੜਾ ਬਹੁਤਾ ਬਲਵਾਨ ਨਹੀਂ ਸੀ। ਪਹਿਲੇ ਲੋਕ ਜਿਹੜੇ ਹੁੰਦੇ ਸੀ ਬਹੁਤ ਜ਼ਿਆਦਾ ਬਲਵਾਨ ਹੁੰਦੇ ਸੀ, ਬਹੁਤ ਜ਼ਿਆਦਾ। ਉਹ ਕੋਈ ਬੰਦਾ ਕਹਿਣ ਲੱਗਾ ਕਿਸੇ ਨੂੰ, ਕਹਿਣ ਲੱਗਾ ਜੀ ਜਿਹੜੇ ਅੱਜ ਕੱਲ ਦੇ ਬੱਚੇ ਨੇ ਇਹਨਾਂ ਦਾ ਸਰੀਰ ਇੰਨਾ ਤਗੜਾ ਨਹੀਂ। ਕੋਈ ਬਜ਼ੁਰਗ ਕਹਿਣ ਲੱਗਾ ਜੀ ਮੇਰਾ ਜਿਹੜਾ ਪੁੱਤਰ ਸੀ ਉਹ ਕੱਪ ਘਿਓ ਪੀ ਜਾਂਦਾ ਸੀ, ਬਹੁਤ ਤਗੜਾ ਸੀ। ਤੇ ਕਹਿਣ ਵਾਲੇ ਨੇ ਅੱਗੋਂ ਜਵਾਬ ਦਿੱਤਾ, ਕਹਿਣ ਲੱਗਾ ਜੀ ਅੱਜ ਕੱਲ ਦੇ ਬੱਚਿਆਂ ਦੇ ਸਰੀਰ ਤਗੜੇ ਨਹੀਂ,
पर अजकल के बच्चों के दिमाग बड़े तगड़े ने। दिमाग बहुत तगड़े ने इन्हां दे। पहले बंदे खुराकां ज़्यादा खा लेंदे सी, शरीर भावें तगड़े सी। मैं ये नहीं कहता कि उन्होंने दिमाग घट सी, दिमाग बहुत ज़्यादा सी। पर जिहड़े अजकल के बच्चे ने वो बहुत एडवांस ने, बहुत ज़्यादा एडवांस। हुण केर सिंह बहुत बलवान सी। किन्ना बलवान सी वो, जदों अंग्रेज फौज दे विच नौकरी करदा सी, एक दिन अपने सर रिचर्ड दे नाल जंगल दे विच जा रहा सी, क्योंकि जिहड़ा उहदा सर सी वो शिकार दा बहुत शौकीन सी, शिकार करन जांदा हुंदा सी। उहदे नाल जा रहा सी, उहदे अगे शेर आ गया। शेर हुण शेर दे नाल किन्ने मुकाबला करना सी? जे कोई माड़ा मोटा हिरन आ जाए, कोई छोटा मोटा जानवर आ जाए, उहदे नाल ते बंदा मुकाबला कर लैंदा। हुण शेर नाल थोड़ा मुकाबला करना सी उहने। जदों आ गया सामने शेर, इधरों सर रिचर्ड ते नाल सरदार केर सिंह तुरे जा रहे ने। सामने आ गया शेर ते सर रिचर्ड भज के दरख्त ते चढ़ गया, भज के ते नाल कहन लगा, सरदार सिंह साहब, केर सिंह साहब, तू भी दरख्त ते चढ़ जा, क्योंकि शेर आ गया। शेर दा ते बंदे दा कोई मुकाबला नहीं है। पर केर सिंह कहन लगा, वो एक शेर ते असी दो शेर। कहन लगा, मैं कोई शेर नहीं, मैं ते भज के चढ़ गया दरख्त ते, तू कल्ला ही शेर होवेगा, मैं ते पहले चढ़ गया दरख्त ते भज के। वो कहन लगा, सर तू गल समझिया नहीं, वो एक शेर अही दो शेर। केर दा मतलब शेर ते सिंह दा मतलब भी शेर। असी दो शेर ते वो एक शेर। जे एक शेर नूं वेख के दो शेर भज गए तो फिर गल कादी होई? फिर असी धन गुरु गोबिंद सिंह महाराज दे पुत्तर ते ना होई जे शेर नूं वेख के भज गए। ते केर सिंह ने, इतिहासकार लिखते हैं, कई लिखते हैं बरछे दे नाल मुकाबला किया, कई लिखते हथों हथी मुकाबला किया, हथों हथी, क्योंकि इन्ना टाइम नहीं हुंदा। शेर झड़प जदों मारदा कोई बहुता टाइम नहीं हुंदा। ते मुकाबला करके शेर नूं उत्थे ही पाड़ दिता। गुरु दे शेर ने दूजे शेर नूं, दुनियावी शेर नूं उत्थे विच ही पाड़ दिता, ही उत्थे खत्म कर दिता शेर ने। ते रिचर्ड जिहड़ा उत्ते चढ़िया ही दरख्त, फोटोआं खिच्चदा पिया। बाद विच वो फोटोआं अखबार विच भी आईयां। ते रिचर्ड ने बाद विच अखबारां विच बयान भी दिता कि मैं कदे सुनिया सी कि इन्हां दे 6वें पातशाह ने शेर दा शिकार कीता सी। मैं कदे सुनिया सी इन्हां दे 10वें पातशाह ने शेर दा शिकार कीता सी। मैं कदे सुनिया सी इन्हां दे जरनैल हरि सिंह नलूए ने हथों हथी जबाड़े फड़ के शेर पाड़ दिता सी। अज मैं अपनी अखी वेख लिया कि शेरां दे मुकाबले सिंह करदे ही आए, करदे ही आए ने सिंह शेरां दे मुकाबले। रिचर्ड दा बाद विच बयान आया सी, इन्ना बलवान सी केर सिंह। जदों उहनूं खत मिलिया, वो तार मिलिया, ते अपनी माता नूं कहण लगा, माता ननकाणा साहिब दे विच महंत बहुत कुकर्मी हो चुका है, कुकर्म कर रहा है, असी जाके उहदा प्रबंध लेना है। चिट्ठी आई है, तार आई है कि शहीदी जथे विच शामिल होना, जाके जाना शांतमई है, पता नहीं अगे की बनना जाके। ते माता कहन लगी, पुत्रा कोई गल नहीं, जा जा, जे गुरु आवाज मारदे ने, बाबा नानक आवाज मारदा पे ते जा। ते कोल खड़ा 9 साल दा उहदा पुत्र दरबारा सिंह कहन लगा, बापू जे तू जाना है ना ते मैं भी तेरे नाल ही जावांगा, मैं भी तेरे नाल ही जाना। ते दादी कहन लगी, पुत्रा तू अजे छोटा है, बहुत छोटा अजे, तू ना जा, तेरा पिता जावेगा, तू छोटा है। भज के दरबारा सिंह, श्रोमणी कमेटी की किताब छपी हुई है भरोसे दा भांबड़, उहदे विच लिखिया होया, भज के दरबारा सिंह अंदर गया, पीढ़ी चुक के लियाया। कहन लगा, दादी माता इस पीढ़ी ते खड़ी हो जा, क्यों तेरा कद छोटा, मेरे पिता दा कद वड्डा है, इस पीढ़ी ते खड़ी हो जा। हो के खड़ी, मेरे पिता नूं आशीर्वाद दे कि जा पुत्रा ननकाणा साहिब ते जाके प्रबंध अपने हत्थां च लो, जे शहीदी पानी पई तां भी पा दी। हुण पीढ़ी ते दादी माता नूं खड़ा कर दित्ती, खड़ी कर दित्ती। ते सरदार केर सिंह नूं, केर सिंह दी माता ने आशीर्वाद दिता। हुण दरबारा सिंह कहन लगा, दादी माता पीढ़ी तू उतर जा, पीढ़ी तू उतर गई। हुण उसे पीढ़ी ते दरबारा सिंह खड़ गया, कहन लगा, दादी तू कहनी मैं छोटा वां, आ मैं वड्डा हो गया ना, हुण मैं वड्डा हो गया वां, मैं पीढ़ी ते खड़ गया, तेरे बराबर हो गया वां, ते मैं छोटा नहीं हैगा।
ਤੂੰ ਮੈਨੂੰ ਕਥਾ ਕਹਾਣੀਆਂ ਸੁਣਾਨੀ ਹੁੰਨੀ ਸਾਹਿਬਜ਼ਾਦਿਆਂ ਦੀਆਂ। ਸਾਹਿਬਜ਼ਾਦੇ ਵੀ ਤੇ 7 ਸਾਲ ਤੇ 9 ਸਾਲ ਦੇ ਸਨ। 7 ਸਾਲ ਤੇ 9 ਸਾਲ ਦੇ ਸਾਹਿਬਜ਼ਾਦੇ ਸਨ। ਉਹਨਾਂ ਦੀਆਂ ਤੂੰ ਮੈਨੂੰ ਕਥਾ ਕਹਾਣੀਆਂ ਸੁਣਾਉਂਦੀ ਹੁੰਨੀ ਏ। ਤੇ ਦਰਬਾਰਾ ਸਿੰਘ ਜਦੋਂ ਕਥਾ ਕਹਾਣੀਆਂ ਸੁਣਦਾ ਹੁੰਦਾ ਸੀ ਨਾ, ਕਹਿੰਦਾ ਹੁੰਦਾ ਸੀ, ਦਾਦੀ ਮਾਤਾ ਮੈਂ ਵੀ ਕਿਸੇ ਦਿਨ ਸਾਹਿਬਜ਼ਾਦਿਆਂ ਵਾਂਗੂ ਸ਼ਹੀਦ ਹੋ ਜਾਣਾ, ਮੈਂ ਵੀ ਕਿਸੇ ਦਿਨ ਆਪਣੇ ਵੱਡੇ ਭਰਾਵਾਂ ਕੋਲ ਚੱਲ ਜਾਣਾ, ਮੈਂ ਵੀ ਸ਼ਹੀਦ ਹੋ ਜਾਣਾ। ਤੇ ਦਾਦੀ ਮਾਤਾ ਨੇ ਕਹਿਣਾ, ਪੁੱਤਰਾ ਐਵੇਂ ਨਹੀਂ ਕਹੀਦਾ ਹੁੰਦਾ, ਐਵੇਂ ਨਹੀਂ ਕਹੀਦਾ ਹੁੰਦਾ। ਤੇ ਦਰਬਾਰਾ ਸਿੰਘ ਨੇ ਕਹਿਣਾ, ਨਹੀਂ ਦਾਦੀ ਮਾਤਾ ਮੈਂ ਵੀ ਕਿਸੇ ਦਿਨ ਸ਼ਹੀਦ ਹੋ ਜਾਣਾ। ਦਾਦੀ ਤੂੰ ਮੈਨੂੰ ਕਥਾ ਕਹਾਣੀਆਂ ਸੁਣਾਉਂਦੀ ਹੁੰਦੀ ਸਾਹਿਬਜ਼ਾਦਿਆਂ ਦੀਆਂ, ਅੱਜ ਮੈਨੂੰ ਵੀ ਆਸ਼ੀਰਵਾਦ ਦੇ। ਤੇਰਾ ਦਰਬਾਰਾ ਵੀ ਜਾਵੇ ਤੇ ਗੁਰੂ ਘਰ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈਵੇ ਜਾ ਕੇ। ਦਰਬਾਰਾ ਸਿੰਘ ਵੀ ਤੁਰ ਪਿਆ, ਸਰਦਾਰ ਕੇਹਰ ਸਿੰਘ ਵੀ ਤੁਰ ਪਿਆ ਆਪਣੇ ਘਰੋਂ। ਉਧਰੋਂ ਲਛਮਣ ਸਿੰਘ ਧਾਰੋਵਾਲ ਰਾਤ ਨੂੰ ਆਪਣੀ ਧਰਮ ਪਤਨੀ ਬੀਬੀ ਇੰਦਰ ਕੌਰ ਨਾਲ ਵਿਚਾਰ ਕਰਦਾ ਕਿ ਅਸੀਂ ਸਵੇਰੇ ਚੱਲਣਾ। ਵਿਚਾਰ ਹੋਈ ਤੇ ਬੀਬੀ ਇੰਦਰ ਕੌਰ ਕਹਿਣ ਲੱਗੀ, ਪਤੀ ਦੇਵ ਜੇ ਤੁਸੀਂ ਜਾਣਾ ਨਾ ਨਨਕਾਣਾ ਸਾਹਿਬ ਵੱਲ ਨੂੰ ਤੇ ਤੁਹਾਡੀ ਧਰਮ ਪਤਨੀ ਵੀ ਨਾਲ ਜਾਏਗੀ। ਜੇ ਤੁਸੀਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਹੋ ਤੇ ਅਸੀਂ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਧੀ ਆ, ਮੈਂ ਵੀ ਧੀ ਆ, ਮੈਂ ਵੀ ਤੁਹਾਡੇ ਨਾਲ ਜਾਵਾਂਗੀ। ਸਵੇਰ ਨੂੰ ਫਿਰ ਲਛਮਣ ਸਿੰਘ ਧਾਰੋਵਾਲ ਤੇ ਉਹਦੀ ਧਰਮ ਪਤਨੀ ਬੀਬੀ ਇੰਦਰ ਕੌਰ ਵੀ ਤੁਰ ਪਈ। ਉਧਰੋਂ ਚੱਕ ਬੰਡਾਲਾ ਇੱਕ ਪਿੰਡ ਪੈਂਦਾ, ਉਧਰੋਂ ਭਾਈ ਬਾਰਾ ਸਿੰਘ ਤੇ ਭਾਈ ਪ੍ਰੀਤਮ ਸਿੰਘ ਦੋ ਸੱਕੇ ਭਰਾ ਸਨ। ਜਦੋਂ ਨਨਕਾਣਾ ਸਾਹਿਬ ਦੀ ਧਰਤੀ ਨੂੰ ਚਾਲੇ ਪਾਉਣ ਲੱਗੇ ਨਾ, ਪਹਿਲਾਂ ਜਦੋਂ ਉਹਨਾਂ ਨੇ ਵੱਡੇ ਉੱਥੇ ਸਿੰਘ ਵੱਡੇ 2 ਤਰਨਤਾਰਨ ਸਾਹਿਬ ਦੀ ਧਰਤੀ ਤੇ, ਉਦੋਂ ਵੀ ਪ੍ਰੀਤਮ ਸਿੰਘ ਸ਼ਹੀਦੀ ਪਾਣਾ ਚਾਹੁੰਦਾ ਸੀ, ਪਰ ਕਿਸੇ ਕਾਰਨ ਵਰਚ ਉੱਥੇ ਪਹੁੰਚ ਨਹੀਂ ਸੀ ਸਕਿਆ। ਅੱਜ ਚੱਕ ਬੰਡਾਲਾ ਦੀ ਧਰਤੀ ਤੇ ਆਪਣੀ ਮਾਤਾ ਨੂੰ ਕਹਿਣ ਲੱਗੇ, ਮਾਤਾ ਆਪਾਂ ਜਾਣਾ ਨਨਕਾਣਾ ਸਾਹਿਬ ਨੂੰ। ਤੇ ਬਾਰਾ ਸਿੰਘ ਕਹਿਣ ਲੱਗਾ ਮੈਂ ਜਾਣਾ, ਤੇ ਪ੍ਰੀਤਮ ਸਿੰਘ ਕਹਿਣ ਲੱਗਾ ਮੈਂ ਜਾਣਾ। ਆਪਸ ਵਿੱਚ ਲੜਨ ਲੱਗ ਪਏ। ਤੇ ਮਾਤਾ ਕਹਿਣ ਲੱਗੀ, ਲੜਦੇ ਕਾਹਤੋਂ ਹੋ, ਕੀ ਗੱਲ ਹੋਈ ਏ? ਭਰਾ ਭਰਾ ਲੜਦੇ ਚੰਗੇ ਨਹੀਂ ਲੱਗਦੇ। ਕਹਿੰਦੇ ਲੜਦੇ ਤਾਂ ਵਾ, ਪ੍ਰੀਤਮ ਸਿੰਘ ਕਹਿਣ ਲੱਗਾ ਮੈਂ ਜਾਣਾ ਤੇ ਬਾਰਾ ਸਿੰਘ ਕਹਿਣ ਲੱਗਾ ਮੈਂ ਜਾਣਾ। ਤੇ ਮਾਤਾ ਕਹਿਣ ਲੱਗੀ ਤੁਸੀਂ ਦੋਵੇਂ ਹੀ ਜਾਓ, ਤੁਸੀਂ ਦੋਵੇਂ ਜਾਓ, ਗੁਰੂ ਘਰ ਦਾ ਜਿਹੜਾ ਗੁਰੂ ਘਰ ਉਹਨੂੰ ਆਜ਼ਾਦ ਕਰਾਓ, ਦੋਵੇਂ ਜਾਓ। ਉਹ ਵੀ ਤੁਰ ਪਏ, ਹੋਰ ਵੀ ਜਥੇ ਤੁਰੇ ਨੇ। ਹੁਣ ਇੱਕ ਥਾਂ ਤੇ ਚੰਦਰਕੋਟ ਦੀ ਝਾਲ, ਉੱਥੇ ਇਕੱਠੇ ਹੋਣੇ ਨੇ ਸਾਰੇ ਜਥੇ। 19 ਫਰਵਰੀ ਦੀ ਰਾਤ ਨੂੰ ਉੱਥੇ ਇਕੱਠੇ ਹੋਣਾ ਤੇ 20 ਫਰਵਰੀ ਦੀ ਰਾਤ ਨੂੰ ਸਵੇਰੇ ਆਸਾ ਜੀ ਦੀ ਵਾਰ ਦਾ ਇਹਨਾਂ ਨੇ ਰਲ ਕੇ ਕੀਰਤਨ ਕਰਨਾ, ਉੱਥੇ ਰਲ ਕੇ ਪਾਠ ਕਰਨਾ ਆਸਾ ਜੀ ਦੀ ਵਾਰ ਦਾ। ਹੁਣ ਇਸ ਗੱਲ ਦਾ ਸ਼੍ਰੋਮਣੀ ਕਮੇਟੀ ਨੂੰ ਪਤਾ ਲੱਗ ਗਿਆ ਕਿ ਜਿਹੜੇ ਸਿੰਘ ਨੇ ਉਹ ਚਾਲੇ ਪਾ ਦਿੱਤੇ ਨੇ। ਉਹਨਾਂ ਨੇ ਬੁਲਾਇਆ ਸਰਦਾਰ ਦਲੀਪ ਸਿੰਘ ਸਾਹੋਵਾਲ ਨੂੰ, ਜਿਨ੍ਹਾਂ ਦੇ ਦੋਤਰੇ ਅੱਜ ਸਾਡੇ ਕੋਲ ਬੈਠੇ ਹੋਏ ਨੇ। ਸਰਦਾਰ ਦਲੀਪ ਸਿੰਘ ਸਾਹੋਵਾਲ, ਉਹਨਾਂ ਦੇ ਪਰਿਵਾਰ ਦੇ ਜੀਏ ਸਾਡੇ ਕੋਲ ਬੈਠੇ ਹੋਏ ਨੇ। ਸ਼੍ਰੋਮਣੀ ਕਮੇਟੀ ਨੇ ਉਹਨਾਂ ਨੂੰ ਬੁਲਾਇਆ, ਕਹਿਣ ਲੱਗੇ ਅਸੀਂ 5 ਸਿੰਘ ਸੈਨ ਕਰ ਦਿੰਨੇ ਆ, ਮਹੰਤ ਨੀਤ ਤੋਂ ਵੱਧ ਨੀਤ ਹੋ ਚੁੱਕਾ ਹੈ। ਉਹਨੇ ਬੜੇ ਪ੍ਰਬੰਧ ਕੀਤੇ ਹੋਏ ਨੇ, ਜਿੰਨੇ ਜਥੇ ਜਾ ਰਹੇ ਉਹਨਾਂ ਨੂੰ ਰੋਕੋ। ਸਰਦਾਰ ਦਲੀਪ ਸਿੰਘ ਸਾਹੋਵਾਲ ਨੇ ਘੋੜਾ ਲਿਆ। ਉਸ ਸਮੇਂ ਕਿੰਨੇ ਕੁ ਪ੍ਰਬੰਧ ਸੀ ਤੁਸੀਂ ਆਪ ਹੀ ਹਿਸਾਬ ਲਾ ਲਓ। ਪੂਰੀ ਰਾਤ ਉਹ ਘੋੜਾ ਦੌੜਾਉਂਦੇ ਰਹੇ ਸਰਦਾਰ ਦਲੀਪ ਸਿੰਘ ਸਾਹੋਵਾਲ। ਪਹਿਲਾਂ ਉਹਨਾਂ ਦੀ ਅਗਵਾਈ ਦੇ ਵਿੱਚ ਬੇਰ ਬਾਬੇ ਦੀ ਜਿਹੜਾ ਗੁਰਦੁਆਰਾ ਸਾਹਿਬ ਨਾ ਸਿਆਲਕੋਟ ਦੇ ਵਿੱਚ, ਉਹਨਾਂ ਨੇ ਆਜ਼ਾਦ ਕਰਵਾਇਆ ਸੀ। ਸਰਦਾਰ ਦਲੀਪ ਸਿੰਘ ਸਾਹੋਵਾਲ ਨੇ ਪਹਿਲਾ ਗੁਰਦੁਆਰਾ ਸਾਹਿਬ ਸਿਆਲਕੋਟ ਦੀ ਧਰਤੀ ਤੇ। ਹੁਣ ਰਾਤ ਨੂੰ ਤੁਰੇ ਨੇ, ਕਿਤੇ ਆਪਣੇ ਮਨ ਵਿੱਚ ਵਿਚਾਰ ਕਰੋ, ਸੋਚੋ। ਉਸ ਸਮੇਂ ਕੋਈ ਲਾਈਟ ਦਾ ਪ੍ਰਬੰਧ ਨਹੀਂ ਸੀ ਹੈਗਾ, ਅੱਜ ਕੱਲ ਵਰਗੇ ਪ੍ਰਬੰਧ ਥੋੜੇ ਸਨ। ਘੋੜੇ ਤੇ ਸਾਰੀ ਰਾਤ ਤੁਰੇ ਨੇ। ਉਹਨਾਂ ਨੂੰ ਜਥਾ ਮਿਲਿਆ ਕਰਤਾਰ ਸਿੰਘ ਝੱਬਰ ਦਾ ਜਥਾ ਮਿਲਿਆ। ਉਹਨਾਂ ਨੇ ਫਤਿਹ ਬੁਲਾਈ, ਜਾ ਕੇ ਸ਼੍ਰੋਮਣੀ ਕਮੇਟੀ ਦੀ ਚਿੱਠੀ ਅੱਗੇ ਕੀਤੀ। ਕਹਿਣ ਲੱਗੇ ਸ਼੍ਰੋਮਣੀ ਕਮੇਟੀ ਦੇ 5 ਸਿੰਘਾਂ ਦੇ ਸਾਈਨ ਹੋਏ ਨੇ, ਤੁਸੀਂ ਜਥਾ ਲੈ ਕੇ ਨਾ ਜਾਓ, ਕਿਉਂਕਿ ਮਹੰਤ ਨੇ ਬਹੁਤ ਪ੍ਰਬੰਧ ਕੀਤੇ ਹੋਏ ਨੇ। ਤੇ ਕਰਤਾਰ ਸਿੰਘ ਝੱਬਰ ਕਹਿਣ ਲੱਗਾ ਮੈਂ ਤੇ ਤੁਹਾਡੇ ਏਕੇ ਤੇ ਰੁਕ ਜਾਵਾਂਗਾ, ਪਰ ਇੱਕ ਜਥਾ ਲਛਮਣ ਸਿੰਘ ਧਾਰੋਵਾਲ ਲੈ ਕੇ ਤੁਰਿਆ, ਉਹਨੂੰ ਕੌਣ ਰੋਕੇਗਾ? ਤੇ ਸਰਦਾਰ ਦਲੀਪ ਸਿੰਘ ਸਾਹੋਵਾਲ ਕਹਿਣ ਲੱਗੇ ਮੈਂ ਰੋਕਾਂਗਾ, ਮੇਰੀ ਜ਼ਿੰਮੇਵਾਰੀ, ਤੁਸੀਂ ਰੁਕ ਜਾਓ, ਤੁਸੀਂ ਰੁਕ ਜਾਓ, ਉਹਨਾਂ ਨੂੰ ਮੈਂ ਰੋਕਾਂਗਾ। ਹੁਣ ਸਾਰੀ ਰਾਤ ਸਰਦਾਰ ਦਲੀਪ ਸਿੰਘ ਸਾਹੋਵਾਲ ਲੱਭਦੇ ਰਹੇ ਜਥਾ। ਹੁਣ ਹਨੇਰੀਆਂ ਰਾਤਾਂ ਨੇ, ਧੁੰਦ ਦਾ ਸਮਾਂ, ਸਿਆਲ ਦਾ ਸਮਾਂ,
ना कोई लाइट का प्रबंध। उस समय इन्ने प्रबंध थोड़े सन, कोई वो लभदे रहे पर जथा लभा नहीं लक्ष्मण सिंह धारोवाल दा उन्हां नूं। उधरों सवेर होने वाली है, जथा नहीं लभा, अमृत वेला हो गया ते नाल ही ननकाना साहब दे एक सरदार उत्तम सिंह ने उन्हां दा कारखाना सी उत्थे, सरदार दलीप सिंह साहोवाल वाले उत्थे पहुंच गए कारखाने च। कहन लगे कि हुण मैं सारी रात लभदा रहा। उत्थे सरदार वरियाम सिंह नूं मिले ते जिहड़ी श्रोमणी कमेटी की चिट्ठी सी ना वो सरदार वरियाम सिंह नूं दित्ती। कहन लगे तुसीं जथा लभो, मैं कोई इत्थे 5-7 मिनट आराम कर लवां, मैं आराम कर लवां, हुण तुसीं जथा लभो, मैनूं ते लभा नहीं। वो आराम करने वास्ते अजे बैठे ही ने उत्थे ते सरदार वरियाम सिंह जथा लभण वास्ते तुर पे ने कि सरदार लक्ष्मण सिंह धारोवाल दा जथा किते मिल जावे ते मैं रोकदा वां, श्रोमणी कमेटी की चिट्ठी दे दियां उन्हां नूं। जथा मिल गया सरदार लक्ष्मण सिंह धारोवाल दा। सरदार वरियाम सिंह ने चिट्ठी अगे कीती, कहन लगे आ चिट्ठी है, श्रोमणी कमेटी का हुक्म है कि कोई भी जथा लैके ननकाना साहब की धरती ते नहीं जाना, क्योंकि जिहड़ा महंत है उन्हें बड़े प्रबंध किए हुए हैं। तो सरदार लक्ष्मण सिंह धारोवाल कहन लगा, स्टेट सैकटरी साहब कह रहे सन अरदास करके जो सिंह तुर पैंदे फिर पिछे नहीं मुड़ते। सरदार लक्ष्मण सिंह धारोवाल कहन लगे अही अरदास करके तुरे हैं, अरदास करके हुण असीं पिछे नहीं मुड़ना, हुण ते जाके प्रबंध लवांगे अपने हत्थां च ते जां फिर शहीदी पावांगे, हुण पिछे नहीं मुड़ना। उन्होंने रोकिया, रोकन का बड़ा यतन किया पर नहीं रुके। सरदार लक्ष्मण सिंह धारोवाल अपना जथा लैके ननकाना साहब के जिहड़े गुरुद्वारा साहब से उधर नूं तुर पे। सरदार वरियाम सिंह भज के सरदार उत्तम सिंह के कारखाने वाल गए, जिथे सरदार दलीप सिंह साहोवाल अजे चाह का गिलास उन्होंने हथ विच ही फड़िया सी। सारी रात लभदे रहे, लभा नहीं। अजे चाह का गिलास हथ विच ही फड़िया, सरदार वरियाम सिंह भजे आए, कहन लगे सरदार लक्ष्मण सिंह धारोवाल का जथा ते मिल गया पर वो रुके नहीं। कहन लगे असीं अरदास करके तुरे हुए हैं, हुण असीं पिछे नहीं हटना, हुण नहीं असीं पिछे हटना, हुण अरदास करके तुरे हुए हैं। असीं अरदास करके तुरे हैं। सरदार दलीप सिंह साहोवाल नाल इन्नी गलबात चलती पई है, उधर सरदार लक्ष्मण सिंह धारोवाल का जथा ननकाना साहब के गुरुद्वारा साहब के अंदर प्रवेश कर गया ते नरैणू महंत ने पूरा प्रबंध करके रखिया होया सी। उस समय की मंडी दे विचों जिहड़ी उन्हां दे लागे ताकि कोई मंडी होएगी, उस मंडी चों ने गड्डियां भर के डांगा का प्रबंध किया होया सी। मिट्टी दे तेल दे पीपे जिन्ने भी उन्होंने उस समय मिले वो प्रबंध किया होया सी। फिर एक अंग्रेज सरकार ने उस समय एक चिट्ठी कढ़ी सी, नरैणू महंत नूं जिन्ने हथियार चाहिए ने, जिन्ना गोला बरूद चाहिए सारे उन्होंने दे दो, लाइसेंस बना दो, खोले उन्होंने। अज भी वो चिट्ठी इंग्लैंड की धरती पर मौजूद है। अज भी चिट्ठी जी कढ़ी सी ना अंग्रेज सरकार ने, जो अफसर सी बैटी उन्हें कढ़ी सी, अज भी इंग्लैंड की धरती तो चिट्ठी मौजूद है कि नरैणू महंत नूं पूरी आज़ादी है, जिन्ने हथियार चाहिए उन्होंने दे दो। नरैणू महंत ने हथियारों का प्रबंध अंदर किया होया सी, होर भी उन्हें प्रबंध किए, मिट्टी के तेल का प्रबंध, होर उन्हें जिन्ने जिहड़े दरवाजे सी, मुख दरवाजा ननकाना साहब के गुरुद्वारा साहब का उहदे विच होल करवाते, मिस्त्री नूं कह के होल कि जिथों बंदूक की नली अंदर लंघ सके, उन्हें पूरे प्रबंध किए। हुण सरदार लक्ष्मण सिंह धारोवाल का जथा अंदर प्रवेश किया ते नरैणू महंत ने कहा पहलां अपने गुंडियां नूं, सारे गुंडे उन्हें मंगा लए, उस इलाके दे जिन्ने भी मन्ने परमन्ने गुंडे सन, मन्ने परमन्ने जिन्ने भी गुंडे सन सारे उन्हें बुला लए उत्थे ते 1.5 लाख रुपया देना उन्होंने किया कि 1.5 लाख रुपया उस समय कितनी आमदन होएगी उन्होंने कि तेनू तुहानू 1.5 लाख रुपया देवांगे, जिन्ने इत्थे आंदे सारे वड्ड देने ने, इत्थे ही मार देने ते मिट्टी का तेल पा के इत्थे अंदर ही साड़ देने ने, इत्थे ही वड्ड के मार के सारे नामो निशान इत्थे ही मिटा देने ने, सारे अंदरों अंदर ही पहले प्रबंध कर लिया सारा उन्हें। उहदी 20 तरीक नूं मीटिंग सी, 20 फरवरी नूं लाहौर दे विच, जदों 19 फरवरी नूं चला सी ते उहनूं जिउणी नां दी एक बीबी ने खबर देती कि सारे जिहड़े सिंह ने आ रहे ने चढ़ के ते तेरा कब्जा ले लेना। फिर वो वापस मुड़ के ते उन्हें प्रबंध किया सी सारा नरैणू महंत ने। हुण अंदर प्रवेश होए जदों लक्ष्मण सिंह धारोवाल वाले ते नरैणू महंत ने अपने गुंडियां नूं कहा सी किसी ने रोकना नहीं हैगा,
ਕਿਸੇ ਨੇ ਨਹੀਂ ਰੋਕਣਾ, ਇਹਨਾਂ ਨੂੰ ਅੰਦਰ ਆਉਣ ਦਿਓ, ਸਾਰਿਆਂ ਨੂੰ ਅੰਦਰ ਆਉਣ ਦਿਓ। ਪਹਿਲਾਂ ਜਦੋਂ ਗੁਰਦੁਆਰਾ ਸਾਹਿਬ ਆ ਕੇ ਅੰਦਰ ਬੈਠ ਜਾਣਗੇ ਨਾ, ਫਿਰ ਜਿਹੜਾ ਬਾਹਰਲਾ ਮੁੱਖ ਦਰਵਾਜ਼ਾ ਉਹਨੂੰ ਬੰਦ ਕਰ ਲਿਓ। ਪਹਿਲਾਂ ਸਾਰੇ ਅੰਦਰ ਆ ਲੈਣ ਦਿਓ। ਇਹ ਨਾ ਹੋਵੇ ਅੱਧੇ ਬਾਹਰ ਰਹਿ ਜਾਣ, ਅੱਧੇ ਅੰਦਰ ਆ ਜਾਣ, ਇਹ ਕੰਮ ਨਾ ਹੋਵੇ। ਸਾਰੇ ਅੰਦਰ ਆ ਜਾਣ। ਜਦੋਂ ਸਾਰੇ ਸਿੰਘ ਅੰਦਰ ਪਹੁੰਚ ਗਏ, ਜਿਹੜਾ ਮੁੱਖ ਦਰਵਾਜ਼ਾ ਸੀ ਲਛਮਣ ਸਿੰਘ ਧਾਰੋਵਾਲ ਦੀ ਲਛਮਣ ਸਿੰਘ ਧਾਰੋਵਾਲ ਵੀ ਪਹੁੰਚ ਗਏ, ਸਾਰੇ ਸਿੰਘ ਪਹੁੰਚ ਗਏ। ਨਰਿਆਣੂ ਮਹੰਤ ਨੇ ਜਿਹੜਾ ਮੁੱਖ ਦਰਵਾਜ਼ਾ ਉਹ ਬੰਦ ਕਰਵਾ ਦਿੱਤਾ ਕਿ ਸਾਰੇ ਸਿੰਘ ਅੰਦਰ ਪਹੁੰਚ ਗਏ। ਹੁਣ ਸਰਦਾਰ ਲਛਮਣ ਸਿੰਘ ਧਾਰੋਵਾਲ ਵਾਲੇ ਜਾ ਕੇ ਬਾਬਿਆਂ ਦੇ ਤਾਬਿਆਂ ਤੇ ਬੈਠ ਕੇ, ਇੱਕ ਠਾਕਰ ਦਾਸ ਨਾਮ ਦਾ ਸਾਧੂ ਉਹ ਸੁਖਮਨੀ ਸਾਹਿਬ ਦਾ ਪਾਠ ਕਰਦਾ ਪਿਆ ਸੀ। ਸਿੰਘਾਂ ਨੇ ਠਾਇਆ ਉਹਨੂੰ ਤੇ ਲਛਮਣ ਸਿੰਘ ਧਾਰੋਵਾਲ ਵਾਲੇ ਬਾਬਿਆਂ ਦੇ ਤਾਬਿਆਂ ਤੇ ਬੈਠ ਗਏ। 462 ਅੰਗ ਤੇ ਸੁਖਮਨੀ ਸਾਹਿਬ ਜੀ ਦਾ, ਆਸਾ ਜੀ ਦੀ ਵਾਰ ਦਾ ਉਹ ਪਾਠ ਕਰਨਾ ਸ਼ੁਰੂ ਕਰ ਦਿੱਤਾ। 462 ਅੰਗ ਤੇ ਆਂਦਾ ਆਸਾ ਜੀ ਦੀ ਵਾਰ ਦਾ ਪਾਠ। ਲਛਮਣ ਸਿੰਘ ਧਾਰੋਵਾਲ ਵਾਲਿਆਂ ਨੇ ਆਸਾ ਜੀ ਦੀ ਵਾਰ ਦਾ ਪਾਠ ਸ਼ੁਰੂ ਕੀਤਾ। ਸਰਦਾਰ ਟਹਿਲ ਸਿੰਘ ਨੂੰ ਦਰਵਾਜ਼ੇ ਤੇ ਖੜਾ ਕਰ ਦਿੱਤਾ ਤੇ ਦਰਵਾਜ਼ਾ ਕਰ ਦਿੱਤਾ ਬੰਦ। ਸਰਦਾਰ ਕੇਰ ਸਿੰਘ ਉਹਦਾ ਪੁੱਤਰ ਦਰਬਾਰਾ ਸਿੰਘ, ਜਿਹੜੇ ਹੋਰ ਸਿੰਘ ਸੀ ਉਹ ਏਦਾਂ ਸੰਗਤ ਰੂਪੀ ਬੈਠ ਗਏ ਵਿੱਚ। ਦਰਵਾਜ਼ਾ ਕਰਤਾ ਬੰਦ ਤੇ ਪਾਠ ਕਰਨਾ ਸ਼ੁਰੂ ਕਰ ਦਿੱਤਾ। ਤਾਂ ਉਹ ਪਹਿਲਾਂ ਹੀ ਬੈਠੇ ਸੀ ਸਾਰੇ। ਚੌਖੰਡੀ ਬਣੀ ਸੀ ਇੱਕ, ਉਹਦੇ ਉੱਪਰ ਪਹਿਲਾਂ ਹੀ ਉਹਨਾਂ ਨੇ ਆਪਣੇ ਬੰਦੇ ਬਿਠਾਏ ਸੀ। ਜਦੋਂ ਅੰਦਰ ਆਣਗੇ ਬੈਠ ਜਾਣਗੇ ਨਾ, ਫਿਰ ਇੱਕਦਮ ਇੱਕੋ ਸਮੇਂ ਹਮਲਾ ਕਰਨਾ। ਹੁਣ ਲਛਮਣ ਸਿੰਘ ਧਾਰੋਵਾਲ ਤਾਬਿਆਂ ਤੇ ਬੈਠ ਗਏ ਨੇ, ਸਾਰੇ ਸਿੰਘ ਟਿਕ ਗਏ ਨੇ ਕਿ ਨਰਿਆਣੂ ਮਹੰਤ ਨੇ ਇਸ਼ਾਰਾ ਕਰ ਦਿੱਤਾ ਕਿ ਹਮਲਾ ਕਰ ਦਿਓ, ਹਮਲਾ ਕਰ ਦਿਓ। ਹੁਣ ਕੋਈ ਇੱਥੋਂ ਜਿਉਂਦਾ ਵਾਪਸ ਨਹੀਂ ਜਾਣਾ ਚਾਹੀਦਾ, ਸਾਰੇ ਹਮਲਾ ਕਰ ਦਿਓ। ਚੌਖੰਡੀ ਤੋਂ ਪਹਿਲੀ ਗੋਲੀ ਆਈ, ਬਾਬੇ ਦੇ ਤਾਬਿਆਂ ਤੇ ਲਛਮਣ ਸਿੰਘ ਧਾਰੋਵਾਲ ਬੈਠੇ ਨੇ, ਆ ਕੇ ਉਹਨਾਂ ਦੇ ਮੋਢੇ ਤੇ ਗੋਲੀ ਲੱਗੀ, ਮੋਢੇ ਤੇ ਖੂਨ ਦਾ ਫੁਹਾਰਾ ਛੁੱਟਿਆ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਤੇ ਪੈ ਗਿਆ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਧੰਨ ਗੁਰੂ ਨਾਨਕ ਦੇਵ ਜੀ ਨੇ, ਉਹਨਾਂ ਦੇ ਅਸਥਾਨ ਤੇ ਲੋਕ ਬੈਠੇ ਸੀ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਤੇ ਗੋਲੀਆਂ ਚਲਾਉਣ ਲੱਗ ਪਏ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਉਹਨਾਂ ਤੇ ਗੋਲੀਆਂ ਚਲਾਉਣ ਲੱਗ ਪਏ। ਹੁਣ ਲਛਮਣ ਸਿੰਘ ਧਾਰੋਵਾਲ ਜਦੋਂ ਮੋਢੇ ਤੇ ਗੋਲੀ ਲੱਗੀ, ਖੂਨ ਦਾ ਫੁਹਾਰਾ ਛੁੱਟਿਆ, ਖੂਨ ਡਿੱਗਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਤੇ। ਉਹਨਾਂ ਨੇ ਹੋਰ ਗੋਲੀਆਂ ਚਲਾਈਆਂ ਤੇ ਲਛਮਣ ਸਿੰਘ ਧਾਰੋਵਾਲ ਵਾਲੇ ਉੱਠ ਪਏ। ਉੱਠ ਕੇ ਅੱਗੇ, ਜਿਵੇਂ ਆਪਾਂ ਬੰਦਾ ਉੱਠ ਪੈਂਦਾ ਨਾ, ਓਲਾ ਕਰਦਾ, ਇੱਕ ਉਹ ਪਾਵਾ ਫੜਿਆ, ਉਹ ਪਾਵਾ ਫੜਿਆ ਤੇ ਉੱਠ ਕੇ ਹੋ ਗਏ ਅੱਗੇ ਪਾਵੇ ਫੜ ਲੇ ਕਿ ਜੇ ਕੋਈ ਗੋਲੀ ਵੀ ਵੱਜੇ ਤੇ ਗੁਰੂ ਨਾਨਕ ਸਾਹਿਬ ਜੀ ਦੇ ਨਾ ਵੱਜੇ। ਇਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ, ਜਿਹੜੀ ਗੋਲੀ ਆਵੇ ਮੇਰੇ ਲੱਗੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਗੋਲੀ ਨਾ ਲੱਗੇ। ਉਹਨਾਂ ਨੇ ਉੱਪਰ ਹੋ ਕੇ ਓਲਾ ਕਰ ਦਿੱਤਾ ਇਦਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ। ਪਰ ਉਹਨਾਂ ਨੇ ਗੋਲੀਆਂ ਚਲਾਣੀਆਂ ਸ਼ੁਰੂ ਕੀਤੀਆਂ, ਗੋਲੀਆਂ ਲੱਗੀਆਂ 6 ਗੋਲੀਆਂ ਲਗਭਗ ਲਛਮਣ ਸਿੰਘ ਧਾਰੋਵਾਲ ਦੇ ਲੱਗ ਗਈਆਂ 6 ਗੋਲੀਆਂ। ਪਰ ਉਹ ਬਾਬੇ ਦੇ ਤਾਬਿਆਂ ਤੋਂ ਪਾਸੇ ਨਹੀਂ ਹੋਏ, ਕਹਿਣ ਲੱਗੇ ਜੇ ਗੋਲੀ ਮਾਰਨੀ ਤੇ ਮੇਰੇ ਮਾਰੋ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਤੇ ਗੋਲੀ ਨਾ ਚਲਾਓ। ਗੋਲੀਆਂ ਚੱਲ ਰਹੀਆਂ, ਇੱਕ ਗੋਲੀ ਆ ਕੇ ਸਰਦਾਰ ਟਹਿਲ ਸਿੰਘ ਦੇ ਵੱਜੀ, ਕਿਉਂਕਿ ਉਹਨਾਂ ਦਰਵਾਜ਼ੇ ਵਿੱਚ ਹੋਲ ਕੀਤੇ ਸੀ। ਸਰਦਾਰ ਟਹਿਲ ਸਿੰਘ ਉੱਥੇ ਹੀ ਸ਼ਹੀਦ ਹੋ ਗਏ। ਸਰਦਾਰ ਕੇਰ ਸਿੰਘ ਨੂੰ ਵੀ ਆ ਕੇ ਜਦੋਂ ਫੜਿਆ ਨਾ ਉਹਨਾਂ ਨੇ, ਤੇ ਸਰਦਾਰ ਕੇਰ ਸਿੰਘ ਆਪ ਜੀਆਂ ਨਾਲ ਸਾਂਝ ਪਈ, ਇੰਨਾ ਬਲਵਾਨ ਸੀ, ਉਹਨੇ ਸ਼ੇਰ ਮਾਰਤਾ ਸੀ, ਹੱਥੋਂ ਹੱਥੀ ਸ਼ੇਰ। ਜਦੋਂ ਉਹ ਫੜਨ ਲੱਗਾ ਨਾ ਉਹਦੇ ਗੁੰਡਿਆਂ ਨੂੰ, ਤੇ ਬਾਬੇ ਤਾਬਿਆਂ ਤੇ ਬੈਠਾ ਲਛਮਣ ਸਿੰਘ ਧਾਰੋਵਾਲ ਕਹਿਣ ਲੱਗਾ, ਕੇਰ ਸਿੰਘ ਨਹੀਂ, ਅਸੀਂ ਇੱਥੇ ਸ਼ਾਂਤਮਈ ਸ਼ਹੀਦੀ ਦੇਣ ਆਏ ਆ, ਅਸੀਂ ਅਰਦਾਸ ਕਰਕੇ ਤੁਰੇ ਆ ਕਿ ਆਪਾਂ ਹਥਿਆਰ ਨਹੀਂ ਚੁੱਕਣਾ, ਸ਼ਾਂਤਮਈ ਸ਼ਹੀਦੀ ਦੇਣ ਆਏ ਆ ਇੱਥੇ ਅਸੀਂ। ਉਹਨਾਂ ਨੇ ਫਿਰ ਸਰਦਾਰ ਕੇਰ ਸਿੰਘ ਨੂੰ ਫੜ ਲਿਆ, ਉਹਨਾਂ ਨੂੰ ਵੱਢਿਆ, ਟੁੱਕਿਆ ਸਰਦਾਰ ਕੇਰ ਸਿੰਘ ਨੂੰ। ਉਹਦਾ ਜਿਹੜਾ ਪੁੱਤਰ ਸੀ ਨਾ ਦਰਬਾਰਾ ਸਿੰਘ, ਸਿੰਘਾਂ ਨੂੰ ਪਤਾ ਲੱਗ ਗਿਆ ਕਿ ਹੁਣ ਵੱਢ ਟੁੱਕ ਸ਼ੁਰੂ ਹੋ ਗਈ ਏ, ਤੇ ਦਰਬਾਰਾ ਸਿੰਘ ਨੂੰ ਇੱਕ ਅਲਮਾਰੀ ਸੀ ਖੱਬੇ, ਜਿੱਥੇ ਰਮਾਲਾ ਸਾਹਿਬ ਰੱਖਦੇ ਆ ਆਪਾਂ, ਉੱਥੇ ਡੱਕਤਾ ਸਿੰਘਾਂ ਨੇ ਉੱਥੇ। ਹੁਣ ਉਹ ਜਿਹੜੇ ਉਹਨਾਂ ਦੇ ਪਾਲੇ ਹੋਏ ਗੁੰਡੇ ਸਨ, ਉਹ ਸਿੰਘਾਂ ਨੂੰ ਵੱਢਦੇ ਪਏ ਸਨ। ਜਦੋਂ ਸਿੰਘਾਂ ਨੂੰ ਸ਼ਹੀਦ ਕਰਦੇ, ਸਿੰਘ ਭੱਜ ਕੇ ਅਲਮਾਰੀ ਵੱਲ ਜਾਂਦੇ ਸੀ, ਭੱਜ ਕੇ ਅਲਮਾਰੀ ਵੱਲ ਕਿ ਸਾਨੂੰ ਸ਼ਹੀਦ ਕਰ ਦਿਓ, ਪਰ ਜਿਹੜਾ ਅੰਦਰ ਦਰਬਾਰਾ ਸਿੰਘ ਉਹ ਸ਼ਹੀਦ ਨਾ ਹੋ, ਉਹਨੂੰ ਬਚਾ ਲਿਆ ਜਾਵੇ। ਉਹਨਾਂ ਦਾ ਯਤਨ ਤੇ ਇਹ ਸੀ ਕਿ ਬਚਾ ਲਿਆ ਜਾਵੇ। ਹੁਣ ਸਿੰਘਾਂ ਨੂੰ ਸ਼ਹੀਦ ਕਰਦੇ ਪਏ ਨੇ ਗੁੰਡੇ। ਨਰਿਆਣੂ ਮਹੰਤ ਘੋੜੇ ਤੇ ਚੜਿਆ ਹੋਇਆ ਤੇ ਐਲਾਨ ਕਰਦਾ ਪਿਆ, ਜਿੰਨੇ ਪੱਗਾਂ ਵਾਲੇ ਨੇ, ਜਿੰਨੇ ਅਕਾਲੀ ਨੇ, ਸਾਰੇ ਖਤਮ ਕਰ ਦਿਓ, ਅੱਜ ਇੱਥੋਂ ਕੋਈ ਵੀ ਜਿਉਂਦਾ ਨਹੀਂ ਜਾਣਾ ਚਾਹੀਦਾ। ਜਿੰਨੇ ਸਿੱਖ ਅੰਦਰ ਦਾਖਲ ਹੋਏ ਨੇ, ਅੱਜ ਸਿੱਖ ਕੌਮ ਨੂੰ ਪਤਾ ਲੱਗ ਜਾਵੇ ਕਿ ਮੱਥਾ ਕਿਸ ਤਰ੍ਹਾਂ ਲਾਈਦਾ, ਸਾਰੇ ਸਿੰਘ ਅੰਦਰ ਖਤਮ ਕਰ ਦਿਓ। ਨਾਲ ਉਹਨੇ ਕਾਰਤੂਸਾਂ ਵਾਲੇ ਬੰਦੇ ਜਦੋਂ ਗੋਲੀਆਂ ਚਲਾਉਂਦੇ ਸੀ, ਨਾਲ ਬੋਰੀਆਂ ਭਰ ਕੇ ਇੱਕ ਬੰਦਾ ਕਾਰਤੂਸ ਵੰਡ ਵੀ ਰਿਹਾ ਸੀ।
ਵੰਡਦਾ ਵੀ ਪਿਆ ਸੀ ਇੱਕ ਬੰਦਾ ਕਾਰਤੂਸ ਕਿ ਕੋਈ ਮੁੱਕ ਨਾ ਜਾਣ। ਇੱਕ 14 ਸਾਲ ਦਾ ਨੌਜਵਾਨ ਸਿੰਘ ਜਦੋਂ ਉਹਨੇ ਗੋਲੀ ਦੀ ਆਵਾਜ਼ ਸੁਣੀ ਨਾ, ਗੋਲੀ ਦੀ ਆਵਾਜ਼, ਤੇ ਉਹ ਬਾਹਰ ਨਿਕਲਿਆ। ਜਦੋਂ ਉਹਨੇ ਦੇਖਿਆ ਕਿ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ ਤੇ ਮਹੰਤ ਦੇ ਗੁੰਡਿਆਂ ਨੇ ਕੀ ਕੀਤਾ, ਉਹਨੂੰ ਫੜ ਲਿਆ। ਫੜ ਕੇ ਉਹਦੇ ਤੇ ਗੋਲੀ ਚਲਾ ਕੇ ਉਹਨੂੰ ਸੁੱਟ ਦਿੱਤਾ। ਜਦੋਂ ਸੁੱਟਿਆ ਤੇ ਨਰੈਣੂ ਮਹੰਤ ਕਹਿਣ ਲੱਗਾ, ਆਨੰਦ ਨਹੀਂ ਆਇਆ, ਇਸ ਤਰ੍ਹਾਂ ਨਹੀਂ ਮਾਰਨਾ ਇਹਨੂੰ। ਕਹਿਣ ਲੱਗੇ ਕਿਸ ਤਰ੍ਹਾਂ ਮਾਰਨਾ? ਫਿਰ ਆਪਣੇ ਭੂਆ ਦੇ ਮੁੰਡੇ ਨੂੰ ਕਹਿਣ ਲੱਗਾ ਨਰੈਣੂ ਮਹੰਤ, ਕਿਉਂਕਿ ਮਹੰਤ ਦੇ ਰਿਸ਼ਤੇਦਾਰ ਵੀ ਸਾਰੇ ਨਾਲ ਹੀ ਉਹਦੇ ਲੱਗੇ ਹੋਏ ਸਨ। ਕਹਿਣ ਲੱਗਾ ਇਸ ਤਰ੍ਹਾਂ ਆਨੰਦ ਨਹੀਂ ਆਇਆ, ਇਹਦੇ ਗੋਲੀ ਤੇ ਮਾਰੀ ਤਾਂ ਪਾੜੋ, ਅੰਦਰ ਪਾੜੋ, ਇਹਦੀ ਛਾਤੀ ਪਾੜੋ, ਛਾਤੀ। ਕਹਿੰਦਾ ਛਾਤੀ ਪਾੜੋ। ਮਾਰ ਕੇ ਛਵੀਆਂ 3-4 ਉਹਦੀ ਛਾਤੀ ਪਾੜੀ। ਕਹਿਣ ਲੱਗਾ ਛਾਤੀ ਪਾੜ ਕੇ ਜਿੱਥੇ ਗੋਲੀ ਮਾਰੀ ਉਹ ਗੋਲੀ ਕੱਢੋ ਦੁਬਾਰਾ। ਹੱਥ ਦੇ ਨਾਲ ਉਹਨੇ ਆਂਦਰਾਂ ਫੋਲੀਆਂ, ਉਹਦੀਆਂ ਫੋਲ ਕੇ ਆਂਦਰਾਂ ਉਸ ਸਿੰਘ ਦੀਆਂ 14 ਸਾਲ ਦੇ ਦੀਆਂ ਉਹ ਗੋਲੀ ਕੱਢੀ। ਵਿੱਚੋਂ ਉੱਥੇ ਖੂਨ ਖਿਲਰ ਗਿਆ ਸਾਰੀ ਧਰਤੀ ਤੇ, ਖੂਨ ਖਿਲਰ ਗਿਆ ਸਾਰੀ ਧਰਤੀ ਤੇ। ਗੋਲੀ ਕੱਢੀ। ਕਹਿਣ ਲੱਗਾ ਹੁਣ ਜਿਹੜੀਆਂ ਜਿੰਨੀਆਂ ਆਂਦਰਾਂ ਕੱਢੀਆਂ ਪਿੱਛੋਂ ਦਸਤੇ ਦੇ ਨਾਲ ਸਾਰੀਆਂ ਅੰਦਰ ਧੱਕ ਦਿਓ। ਫਿਰ ਛਾਤੀ ਦੇ ਵਿੱਚ ਦਸਤਾ ਫਿਰ ਉਹਨਾਂ ਨੇ ਖੋਬਿਆ, ਸਾਰੀਆਂ ਅੰਦਰ ਧੱਕ ਦਿੱਤੀਆਂ। ਫਿਰ ਜ਼ੁਲਮ ਕਰਦੇ ਪਏ ਨੇ। ਹੋਰ ਸਿੰਘ 2-3 ਆਏ ਬਾਹਰ। ਜਦੋਂ ਉਹ ਮੁਕਾਬਲਾ ਕਰਨ ਲੱਗੇ ਤੇ ਲਛਮਣ ਸਿੰਘ ਧਾਰੋਵਾਲ ਨੇ ਅੰਦਰੋਂ ਆਵਾਜ਼ ਦਿੱਤੀ, ਨਹੀਂ ਅਸੀਂ ਸ਼ਹੀਦੀ ਪਾਣੀ ਹੈ, ਸ਼ਹੀਦੀ ਪਾਣ ਆਏ ਆ, ਕਿਸੇ ਨੇ ਮੁਕਾਬਲਾ ਨਹੀਂ ਕਰਨਾ ਇਹਨਾਂ ਦਾ, ਸ਼ਹੀਦੀ ਪਾਣ ਆਏ ਆ। ਹੁਣ 2 ਸਿੰਘ ਜਦੋਂ ਅੱਗੇ ਆਏ ਨੇ, ਲਛਮਣ ਸਿੰਘ ਧਾਰੋਵਾਲ ਨੇ ਆਵਾਜ਼ ਮਾਰੀ, ਉਹਨਾਂ ਫਿਰ ਮੁਕਾਬਲਾ ਨਹੀਂ ਕੀਤਾ। ਜਦੋਂ ਉਹ ਗੁੰਡੇ ਆਏ ਉਹਨਾਂ ਦੋਵਾਂ ਸਿੰਘਾਂ ਨੇ ਥੱਲੇ ਸੀਸ ਕਰ ਦਿੱਤੇ, ਥੱਲੇ ਇਸ ਤਰ੍ਹਾਂ। ਜਦੋਂ ਸੀਸ ਕੀਤੇ ਉਹਨਾਂ ਦੇ ਗੁੰਡਿਆਂ ਨੇ ਸੀਸ ਲਾਹ ਦੇ ਧੜ ਤੋਂ ਅਲੱਗ ਕਰ ਦਿੱਤੇ। ਕਤਲੇਆਮ ਸ਼ੁਰੂ ਹੋ ਰਿਹਾ ਅੰਦਰ, ਕਤਲੇਆਮ ਕਰਦੇ ਪਏ ਨੇ ਅੰਦਰ। ਉਧਰ ਸਰਦਾਰ ਦਲੀਪ ਸਿੰਘ ਸਾਹੋਵਾਲ ਜਦੋਂ ਉਹਨਾਂ ਨੂੰ ਗੋਲੀਆਂ ਦੀ ਆਵਾਜ਼ ਸੁਣੀ ਕਿ ਅੰਦਰ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ, ਵਰਿਆਮ ਸਿੰਘ ਨੇ ਕਹਿ ਦਿੱਤਾ ਕਿ ਉਹ ਰੁਕੇ ਨਹੀਂ। ਗੋਲੀਆਂ ਦੀ ਆਵਾਜ਼ ਉੱਤਮ ਸਿੰਘ ਦੇ ਕਾਰਖਾਨੇ ਕੋਲ ਪਹੁੰਚ ਗਈ, ਕਿਉਂਕਿ ਕਾਰਖਾਨਾ ਬਹੁਤੀ ਦੂਰ ਨਹੀਂ ਸੀ ਹੈਗਾ। ਤੇ ਉਹਨਾਂ ਅਜੇ ਚਾਹ ਦਾ ਗਲਾਸ ਫੜਿਆ ਸੀ, ਪੂਰੀ ਰਾਤ ਉਹ ਲੱਭਦੇ ਹੀ ਰਹੇ ਸੀ। ਉਹ ਭੱਜੇ, ਉਧਰੋਂ ਭੱਜੇ ਕਿ ਰੋਕੀਏ ਜਾ ਕੇ। ਸਰਦਾਰ ਦਲੀਪ ਸਿੰਘ ਸਾਹੋਵਾਲ, ਇਹਨਾਂ ਦੇ ਪੜਨਾਨਾ ਜੀ, ਜਿਹੜੇ ਵੀਰ ਬੈਠੇ ਨਾ ਸਾਡੇ ਕੋਲ, ਭਾਈ ਹਰਮਨਦੀਪ ਸਿੰਘ ਜੀ, ਇਹਨਾਂ ਦੇ ਪੜਨਾਨਾ ਜੀ, ਉਹ ਭੱਜੇ। ਕਹਿਣ ਲੱਗੇ ਅਸੀਂ ਰੋਕਣੇ ਆ ਜਾ ਕੇ। ਮੇਰੀ ਜ਼ਿੰਮੇਵਾਰੀ, ਕਹਿੰਦੇ ਮੈਂ ਜ਼ਿੰਮੇਵਾਰੀ ਲਈ ਸੀ ਕਿ ਰੋਕਣਾ ਇਹਨਾਂ ਨੂੰ ਜਾ ਕੇ, ਲਛਮਣ ਸਿੰਘ ਧਾਰੋਵਾਲ ਨੂੰ। ਨਾਲ ਹੀ ਵਰਿਆਮ ਸਿੰਘ ਭੱਜੇ ਤੇ ਜਾ ਕੇ ਨਰੈਣੂ ਮਹੰਤ ਘੋੜੇ ਤੇ ਚੜਿਆ। ਕਹਿਣ ਲੱਗੇ ਮਹੰਤ ਐਵੇਂ ਦਾ ਕਹਿਰ ਨਾ ਕਰ, ਸਿੱਖ ਕੌਮ ਬਖਸ਼ਣਹਾਰ, ਤੈਨੂੰ ਬਖਸ਼ ਦੇਗੀ, ਅਜੇ ਵੀ ਮੁੜ ਜਾ, ਬਖਸ਼ ਦੇਗੀ। ਉਹਨੇ ਗੱਲ ਨਹੀਂ ਸੁਣੀ। ਸਰਦਾਰ ਦਲੀਪ ਸਿੰਘ ਸਾਹੋਵਾਲ ਦੇ ਗੋਲੀਆਂ ਮਾਰ ਦਿੱਤੀਆਂ। ਸਰਦਾਰ ਵਰਿਆਮ ਸਿੰਘ ਜੀ ਦੇ ਵੀ ਗੋਲੀਆਂ ਮਾਰ ਦਿੱਤੀਆਂ। ਮਾਰ ਕੇ ਗੋਲੀਆਂ ਉੱਥੇ ਬਸ ਨਹੀਂ ਕੀਤੀ, ਦੋਵਾਂ ਨੂੰ ਚੁੱਕਿਆ। ਕੋਲ ਘੁਮਿਆਰਾਂ ਦੀਆਂ ਭੱਠੀਆਂ ਸਨ, ਜਿੱਥੇ ਭਾਂਡੇ ਪਕਾਉਂਦੇ ਸਨ, ਉਹ ਭੱਠੀਆਂ ਦੇ ਵਿੱਚ ਦੋਵਾਂ ਨੂੰ ਸੁੱਟ ਦਿੱਤਾ। ਭੱਠੀਆਂ 'ਚ ਜੂੰਦੇ ਸਾੜ ਦਿੱਤਾ। ਅਜੇ ਸਵਾਸ ਨਿਕਲੇ ਨਹੀਂ ਸਨ ਉਹਨਾਂ ਦੇ। ਗੋਲੀਆਂ ਮਾਰੀਆਂ ਤੇ ਨਾਲ ਹੀ ਭੱਠੀਆਂ ਸੁੱਟ ਦਿੱਤਾ ਦੋਵਾਂ ਨੂੰ। ਉੱਥੇ ਸਾੜ ਦਿੱਤਾ ਅੰਦਰ ਹੀ। ਉਧਰ ਲਛਮਣ ਸਿੰਘ ਧਾਰੋਵਾਲ ਜਿਹੜੇ ਉਹ ਬਾਬੇ ਤਾਬਿਆਂ ਤੇ ਬੈਠੇ ਸਨ, ਉਹਨਾਂ ਤੇ ਹੋਰ ਗੋਲੀਆਂ ਚਲਾਈਆਂ। ਗੋਲੀਆਂ ਚਲਾਉਂਦੇ ਨੇ ਉਹ ਲਛਮਣ ਸਿੰਘ ਧਾਰੋਵਾਲ। ਕਹਿਣ ਲੱਗੇ ਜ਼ਾਲਮੋ, ਮੈਂ ਤੁਹਾਡੀਆਂ ਗੋਲੀਆਂ ਨਾਲ ਸ਼ਹੀਦ ਨਹੀਂ ਹੋਣ ਵਾਲਾ, ਤੁਹਾਡੀਆਂ ਗੋਲੀਆਂ 'ਚ ਇੰਨਾ ਦਮ ਨਹੀਂ ਕਿ ਮੈਨੂੰ ਸ਼ਹੀਦ ਕਰ ਸਕਣ। ਮਹੰਤ ਦੇ ਗੁੰਡਿਆਂ ਨੇ ਦਰਵਾਜ਼ਾ ਤੋੜਿਆ। ਤੋੜ ਕੇ ਦਰਵਾਜ਼ਾ ਅੰਦਰ ਦਾਖਲ ਹੋਏ ਨੇ ਤੇ ਗੁਰੂ ਦੇ ਸਿੰਘ ਨੂੰ ਉਹ ਕੇਸਾਂ ਤੋਂ ਫੜ ਲਿਆ, ਜਿਨ੍ਹਾਂ ਕੇਸਾਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਿੰਨਾ ਪਿਆਰ ਕਰਦੇ। ਲਛਮਣ ਸਿੰਘ ਧਾਰੋਵਾਲ ਨੂੰ ਫੜ ਕੇ ਕੇਸਾਂ ਤੋਂ ਧਰੂ ਕੇ ਖਿੱਚ ਕੇ ਗੁਰਦੁਆਰਾ ਸਾਹਿਬ ਬਾਬੇ ਦੇ ਤਾਬਿਆਂ ਤੋਂ ਫੜ ਕੇ ਬਾਹਰ ਨੂੰ ਖਿੱਚ ਕੇ ਲਿਆਏ। ਬਾਹਰ ਨੂੰ ਖਿੱਚ ਕੇ ਤੇ ਬਾਹਰ ਪੱਕੀ ਜਗ੍ਹਾ ਤੇ ਵੇਖ ਕੇ ਕੇਸਾਂ ਤੋਂ ਫੜ ਕੇ ਪਟਕਾ ਕੇ ਥੱਲੇ ਮਾਰਿਆ ਸਿਰ ਲਛਮਣ ਸਿੰਘ ਧਾਰੋਵਾਲ ਦਾ। ਜਦੋਂ ਮਾਰਿਆ ਤੇ ਹੁਣ ਬੇਸੁਰਤ ਹੋਏ ਪਏ ਨੇ, ਬੇਸੁਰਤ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਪਏ ਨੇ, ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੀ ਜਾਂਦੇ ਨੇ ਤੇ ਨਾਲ ਕਹੀ ਜਾਂਦੇ ਨੇ ਜ਼ਾਲਮੋ, ਤੁਹਾਡੇ 'ਚ ਇੰਨੀ ਤਾਕਤ ਨਹੀਂ ਹੈਗੀ, ਤੁਹਾਡੇ 'ਚ ਇੰਨੀ ਤਾਕਤ ਨਹੀਂ ਹੈਗੀ। ਕੇਸਾਂ ਤੋਂ ਫੜ ਕੇ ਪਟਕਾ ਕੇ ਮਾਰਿਆ ਤੇ ਫਿਰ ਕੀ ਕੀਤਾ ਜ਼ਾਲਮਾਂ ਨੇ, ਇੱਥੇ ਹੀ ਬਸ ਨਹੀਂ। ਫਿਰ ਲਛਮਣ ਸਿੰਘ ਧਾਰੋਵਾਲ ਨੂੰ ਕੇਸਾਂ ਤੋਂ ਧਰੂ ਕੇ ਬਾਹਰ ਲਿਆਏ। ਲਿਆ ਕੇ ਬਾਹਰ ਇੱਕ ਜੰਡ ਦਾ ਦਰਖਤ ਤੇ ਉੱਥੇ ਨਨਕਾਣਾ ਸਾਹਿਬ ਦੀ ਧਰਤੀ ਤੇ ਪੁੱਠਾ ਬੰਨ ਦਿੱਤਾ ਲਛਮਣ ਸਿੰਘ ਧਾਰੋਵਾਲ ਨੂੰ। ਬੰਨ ਕੇ ਪੁੱਠਾ ਉੱਤੇ ਮਿੱਟੀ ਦਾ ਤੇਲ ਪਾਇਆ।
ਪਾ ਕੇ ਮਿੱਟੀ ਦਾ ਤੇਲ ਤੇ ਅੱਗ ਲਾ ਦਿੱਤੀ। ਅੱਗ ਉਧਰ ਲక్ష్మణ ਸਿੰਘ ਧਾਰੋਵਾਲ ਸੜਦੇ ਪਏ ਨੇ ਜੰਡ ਦੇ ਦਰਖਤ ਦੇ ਨਾਲ ਵੱਜ ਕੇ। ਉਧਰ ਸਰਦਾਰ ਦਲੀਪ ਸਿੰਘ ਸਾਹੋਵਾਲ ਤੇ ਸਰਦਾਰ ਵਰਿਆਮ ਸਿੰਘ ਉਹਨਾਂ ਦੀਆਂ ਭੱਠੀਆਂ ਵਿੱਚ ਸੜਦੇ ਪਏ ਨੇ। ਸਿੰਘਾਂ ਨੂੰ ਫੜ ਫੜ ਕੇ ਸੁੱਟੀ ਜਾਂਦਾ ਨਰੈਣੂ ਮਹੰਤ, ਫੜ ਫੜ ਕੇ ਸੁੱਟੀ ਜਾਂਦਾ ਨਰੈਣੂ ਮਹੰਤ, ਤੇ ਨਾਲ ਇੱਕ ਐਲਾਨ ਕਰਦਾ ਪਿਆ ਸਾਰੇ ਸਿੰਘ ਖਤਮ ਕਰ ਦਿੱਤੇ ਨੇ, ਕੋਈ ਅਕਾਲੀ ਨਹੀਂ ਛੱਡਣਾ, ਕੋਈ ਸਿੰਘ ਨਹੀਂ ਛੱਡਣਾ, ਸਾਰੇ ਸਿੰਘ ਮਾਰ ਦਿਓ, ਸਾਰੇ ਸਿੰਘ ਖਤਮ ਕਰ ਦਿਓ। ਅੱਜ ਸਿੱਖ ਕੌਮ ਨੂੰ ਪਤਾ ਲੱਗ ਜਾਵੇ ਕਿ ਕਿੱਦਾਂ ਮੱਥਾ ਲਾਈਦਾ। ਤੇ ਸਰਦਾਰ ਦਰਬਾਰਾ ਸਿੰਘ ਜਿਹੜਾ 9 ਸਾਲ ਦਾ ਸੀ, ਉਹ ਅਲਮਾਰੀ ਵਿੱਚ ਅਲਮਾਰੀ ਨੂੰ ਠੁੱਡੇ ਮਾਰ ਰਿਹਾ, ਕਹਿਣ ਲੱਗਾ ਬਾਪੂ ਮੈਂ ਵੀ ਤੇਰੇ ਨਾਲ ਸ਼ਹੀਦ ਹੋਣਾ, ਮੈਂ ਵੀ ਤੇਰੇ ਨਾਲ ਸ਼ਹੀਦ ਹੋਣਾ। ਅੰਦਰੋਂ ਆਵਾਜ਼ਾਂ ਮਾਰਦਾ ਪਿਆ। ਪਹਿਲਾਂ ਤੇ ਮਹੰਤ ਦੇ ਗੁੰਡੇ ਡਰ ਗਏ, ਫਿਰ ਜਦੋਂ ਅਲਮਾਰੀ ਖੋਲੀ ਤੇ ਵੇਖਿਆ 9 ਸਾਲ ਦਾ ਬੱਚਾ, ਫੜ ਕੇ ਖਿੱਚ ਕੇ ਉਹਨਾਂ ਨੇ ਬਾਹਰ ਲਿਆਂਦਾ ਤੇ ਕਹਿਣ ਲੱਗੇ ਮਹੰਤ ਤੂੰ ਕਹਿੰਦਾ ਸਾਰੇ ਸਿੰਘ ਖਤਮ ਕਰ ਦਿੱਤੇ, ਆ ਵੇਖ ਸਿੰਘ ਜੂੰਦਾ ਅਜੇ, ਆ ਵੇ ਸਿੰਘ ਜੂੰਦਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੁੱਤਰ ਜੂੰਦਾ, ਮੈਨੂੰ ਵੀ ਸ਼ਹੀਦ ਕਰ। ਤੇ ਨਰੈਣੂ ਮਹੰਤ ਨੇ ਉਹਨੂੰ ਵੀ ਫੜ ਕੇ ਜਿੱਥੇ ਸਰਦਾਰ ਕੇਹਰ ਸਿੰਘ ਨੂੰ ਸ਼ਹੀਦ ਕੀਤਾ ਨਾ, ਉਹਦੇ ਕੋਲ ਜਾ ਕੇ ਮੁੱਢੀ ਤੇ ਰੱਖ ਕੇ ਛੋਟਾ ਛੋਟਾ ਟੋਟੇ ਟੋਟੇ ਕਰਕੇ ਉਹਨੂੰ ਵੀ ਸ਼ਹੀਦ ਕਰ ਦਿੱਤਾ। ਕਹਿਰ ਕਰਨ ਲੱਗਿਆ ਉਹਨੇ ਇੱਕ ਗੱਲ ਵੀ ਨਹੀਂ ਸੋਚੀ ਕਿ ਬੱਚੇ ਤੇ ਸਭ ਦੇ ਸਾਂਝੇ ਹੁੰਦੇ ਨੇ। ਸ਼ਰਾਬਾਂ ਪੀਤੀਆਂ ਸਨ, ਨਸ਼ੇ ਕੀਤੇ ਸਨ ਉਹਨਾਂ ਲੋਕਾਂ ਨੇ, ਗੋਲਾ ਬਰੂਦ ਬਹੁਤ ਰੱਖਿਆ ਸੀ, ਸਰਕਾਰਾਂ ਦੀ ਉਹਨਾਂ ਨੂੰ ਪੂਰੀ ਛਹਿ ਸੀ, ਤੇ ਸਰਕਾਰਾਂ ਨੇ ਵੀ ਕਿਹਾ ਸੀ ਕਿ ਸਾਰੇ ਵੱਢ ਕੇ ਅੰਦਰ ਹੀ ਸਾੜ ਦਿਓ, ਅੰਦਰ ਹੀ ਕਰਕੇ ਕੱਚੇ ਭੁੰਨੇ ਜੇ ਅੰਦਰ ਹੀ ਸਾੜ ਕੇ ਸਾਰੇ ਨਾਂ ਨਿਸ਼ਾਨ ਮਿਟਾ ਦਿਓ। ਸਰਦਾਰ ਦਰਬਾਰਾ ਸਿੰਘ ਨੂੰ ਵੀ ਮੁੱਢੀ ਤੇ ਰੱਖ ਕੇ ਵੱਢ ਦਿੱਤਾ ਉਹਨੇ। ਹੁਣ ਸਾਰੇ ਸਿੰਘਾਂ ਨੂੰ, ਜਿੰਨੇ ਵੀ ਸਿੰਘ ਸਨ ਸਾਰੇ ਅੰਦਰ ਉਹਨੇ ਸ਼ਹੀਦ ਕਰ ਦਿੱਤੇ। ਜਦੋਂ ਸਾਰੇ ਸਿੰਘ ਸ਼ਹੀਦ ਹੋ ਗਏ ਨਾ, ਸਾਰੇ ਸਿੰਘ ਸ਼ਹੀਦ ਕਰ ਦਿੱਤੇ ਤੇ ਮਿੱਟੀ ਦਾ ਤੇਲ ਪਾ ਕੇ ਘਰੀਸ ਘਰੀਸ ਕੇ ਉਹ ਅੱਗ ਲਾਈ ਜਾਂਦਾ ਕਿ ਇੱਥੇ ਕੱਚੇ ਭੁੰਨੇ ਜੇ ਕਰ ਦਈਏ, ਕੁਛ ਕਰ ਦਈਏ ਇਸ ਤਰ੍ਹਾਂ। ਉਧਰ ਪਤਾ ਲੱਗ ਗਿਆ ਪਿੱਛੇ ਸਰਦਾਰ ਕਰਤਾਰ ਸਿੰਘ ਝੱਬਰ ਨੂੰ ਕਿ ਭਾਣਾ ਵਰਤ ਗਿਆ, ਕਿਉਂਕਿ ਖਬਰ ਮਿਲ ਗਈ ਕਿ ਜਿੰਨੇ ਸਿੰਘ ਗਏ ਸਨ ਉਹ ਸਾਰੇ ਸਿੰਘ ਸ਼ਾਂਤਮਈ ਢੰਗ ਦੇ ਨਾਲ ਗਏ ਸਨ ਅੰਦਰ, ਤੇ ਸਾਰੇ ਸਿੰਘਾਂ ਦਾ ਭਾਣਾ ਵਰਤ ਗਿਆ। ਨਰੈਣੂ ਮਹੰਤ ਨੇ ਸਾਰੇ ਖਤਮ ਕਰ ਦਿੱਤੇ ਅੰਦਰ। ਹੁਣ ਸਰਦਾਰ ਕਰਤਾਰ ਸਿੰਘ ਝੱਬਰ ਨੇ ਰਾਤੋਂ ਰਾਤ 20 ਫਰਵਰੀ ਵਾਲੇ ਦਿਨ ਉਹਨਾਂ ਨੇ ਸਾਰੇ ਸਿੰਘ ਖਤਮ ਕੀਤੇ, ਤੇ ਰਾਤੋਂ ਰਾਤ ਫਿਰ 20 ਫਰਵਰੀ ਦੀ ਰਾਤ ਨੂੰ ਸਰਦਾਰ ਕਰਤਾਰ ਸਿੰਘ ਝੱਬਰ ਨੇ ਸਾਰੇ ਸਿੰਘ 2200 ਸਿੰਘ ਇਕੱਠੇ ਕੀਤੇ ਰਾਤੋਂ ਰਾਤ। 2200 ਸਿੰਘਾਂ ਦਾ ਜਥਾ ਤੇ 200 ਸਿੰਘਾਂ ਦੇ 11 ਜਥੇ ਬਣਾਏ ਸਰਦਾਰ ਕਰਤਾਰ ਸਿੰਘ ਝੱਬਰ ਨੇ। ਤੇ ਨਾਲ ਇਹ ਵੀ ਕਹਿ ਦਿੱਤਾ ਹੁਣ ਸਾਰੇ ਜਿਹਨੇ ਹਥਿਆਰਬੰਦ ਹੋ ਕੇ ਆਵੋ, ਆਪਣੇ ਆਪਣੇ ਕੋਲ ਜਿਹੜਾ ਹਥਿਆਰ ਹੈ ਲੈ ਕੇ ਆਵੋ। ਹੁਣ ਅਸੀਂ ਸ਼ਾਂਤਮਈ ਢੰਗ ਦੇ ਨਾਲ ਗੱਲਬਾਤ ਨਹੀਂ ਕਰਨ ਜਾਣਾ, ਹੁਣ ਕਬਜ਼ਾ ਲੈਣ ਜਾਣਾ, ਕਬਜ਼ਾ ਲੈਣ। ਉਧਰ ਅੰਗਰੇਜ਼ ਸਰਕਾਰ ਨੂੰ ਪਤਾ ਲੱਗ ਗਿਆ ਕਿ ਸਿੰਘ ਆ ਰਹੇ ਨੇ, ਉਹਨਾਂ ਨੇ ਨਰੈਣੂ ਮਹੰਤ ਨੂੰ ਕੱਢ ਦਿੱਤਾ ਉੱਥੋਂ। ਨਰੈਣੂ ਮਹੰਤ ਨੂੰ ਤੇ ਕੱਢ ਦਿੱਤਾ ਨਨਕਾਣਾ ਸਾਹਿਬ ਦੀ ਧਰਤੀ ਤੋਂ, ਤੇ ਆਪ ਜਿਹੜਾ ਨਨਕਾਣਾ ਸਾਹਿਬ ਦਾ ਗੁਰਦੁਆਰਾ ਸਾਹਿਬ ਸੀ ਉਹਨੂੰ ਸਾਰੇ ਨੂੰ ਘੇਰਾਬੰਦੀ ਕਰ ਦਿੱਤੀ। ਮਿਸਟਰ ਕਰੀ ਜਿਹਦੀ ਅਗਵਾਈ ਵਿੱਚ ਘੇਰਾਬੰਦੀ ਹੋਈ ਸਾਰੀ, ਉਹਨਾਂ ਘੇਰਾਬੰਦੀ ਕਰ ਦਿੱਤੀ। ਇਧਰੋਂ ਸਰਦਾਰ ਕਰਤਾਰ ਸਿੰਘ ਝੱਬਰ ਆਇਆ ਫਿਰ, ਤੇ ਮਿਸਟਰ ਕਰੀ ਕਹਿਣ ਲੱਗਾ ਸਰਦਾਰ ਕਰਤਾਰ ਸਿੰਘ ਝੱਬਰ ਪਿੱਛੇ ਮੁੜ ਜਾਓ। ਤੇ ਸਰਦਾਰ ਕਰਤਾਰ ਸਿੰਘ ਝੱਬਰ ਕਹਿਣ ਲੱਗਾ ਅਸੀਂ ਪਿੱਛੇ ਮੁੜਨ ਨਹੀਂ ਆਏ, ਅਸੀਂ ਤੇ ਹੁਣ ਕਬਜ਼ਾ ਲੈਣ ਆਏ ਆ, ਕਬਜ਼ਾ ਲੈਣ। ਤੇ ਮਿਸਟਰ ਕਰੀ ਕਹਿਣ ਲੱਗਾ ਤੁਹਾਨੂੰ ਕੱਲੂ ਕਬਜ਼ਾ ਦੇ ਦੇਾਂਗੇ, ਕੱਲੂ ਚਾਬੀਆਂ ਦੇ ਦਾਂਗੇ, ਹੁਣ ਪਿੱਛੇ ਮੁੜ ਜਾਓ। ਤੇ ਸਰਦਾਰ ਕਰਤਾਰ ਸਿੰਘ ਝੱਬਰ ਕਹਿਣ ਲੱਗਾ ਕੱਲ ਤੇ ਦੂਰ ਦੀ ਗੱਲ ਏ, ਤੂੰ ਮੈਨੂੰ ਸ਼ਾਮ ਨੂੰ ਕਹੇ ਮੈਂ ਤਾਂ ਵੀ ਕਬਜ਼ਾ ਨਹੀਂ ਲੈਣਾ, ਹੁਣੇ ਆਏ ਆ, ਕਬਜ਼ਾ ਲੈ ਕੇ ਜਾਣਾ। ਤੇ ਮਿਸਟਰ ਕਰੀ ਕਹਿਣ ਲੱਗਾ ਤੈਨੂੰ ਡਰ ਨਹੀਂ ਲੱਗਦਾ ਮੇਰੀ ਕਿੰਨੀ ਫੋਰਸ ਲੱਗੀ, ਕਿੰਨੀ ਪੁਲਿਸ ਲੱਗੀ ਏ, ਕਿੰਨੇ ਹਥਿਆਰ ਨੇ। ਤੇ ਸਰਦਾਰ ਕਰਤਾਰ ਸਿੰਘ ਝੱਬਰ ਕਹਿਣ ਲੱਗਾ ਅਸੀਂ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਹਾਂ। ਫਿਰ ਸਰਦਾਰ ਕਰਤਾਰ ਸਿੰਘ ਝੱਬਰ ਨੇ ਸਿੰਘਾਂ ਵੱਲ ਵੇਖ ਕੇ ਇੱਕ ਐਲਾਨ ਕੀਤਾ, ਕਹਿਣ ਲੱਗਾ ਸਿੰਘੋ ਅੰਦਰ ਸਾਡੇ ਭਰਾ ਸ਼ਹੀਦ ਪਏ ਨੇ, ਸ਼ਹੀਦ। ਬਾਹਰ ਅੰਗਰੇਜ਼ ਸਰਕਾਰ ਦੀ ਫੋਰਸ ਲੱਗੀ ਹੋਈ ਏ, ਸਾਹਮਣੇ ਨਨਕਾਣਾ ਸਾਹਿਬ ਦੀ ਧਰਤੀ ਏ। ਸ਼ਾਂਤਮਈ ਢੰਗ ਦੇ ਨਾਲ ਗੱਲਬਾਤ ਕਰਨ ਗਏ ਸੀ, ਇਹਨਾਂ ਨੇ ਸ਼ਹੀਦ ਕਰ ਦਿੱਤੇ, ਕਹਿਰ ਕਰ ਦਿੱਤਾ। ਸਾਹਮਣੇ ਫੋਰਸ ਲੱਗੀ ਏ, ਹੁਣ ਅਸੀਂ ਧਾਵਾ ਬੋਲਣਾ ਇਸ ਫੋਰਸ ਤੇ ਜੇ ਕੋਈ ਸਿੰਘ ਸ਼ਹੀਦ ਹੋ ਜਾਵੇ, ਗੋਲੀ ਲੱਗ ਜਾਵੇ, ਉਸ ਸਿੰਘ ਨੂੰ ਨਹੀਂ ਚੁੱਕਣਾ, ਤੁਸੀਂ ਸਿੰਘ ਨੂੰ ਨਹੀਂ ਚੁੱਕਣਾ। ਸਰਦਾਰ ਕਰਤਾਰ ਸਿੰਘ ਝੱਬਰ ਕਹਿਣ ਲੱਗਾ ਸਿੰਘ ਜੇ ਗੋਲੀ ਲੱਗ ਕੇ ਜੇ ਸ਼ਹੀਦ ਹੁੰਦਾ ਤੁਸੀਂ ਅੱਗੇ ਵਧਣਾ, ਇਹਨਾਂ ਪੁਲਿਸ ਵਾਲਿਆਂ ਦੀਆਂ ਬੰਦੂਕਾਂ ਖੋਲੋ, ਇਹਨਾਂ ਤੇ ਵਾਰ ਕਰ ਦਿਓ ਜਾ ਕੇ।
इन्हां दियां खो के बंदूकां इन्हां ते वार कर दो, किन्ने क शहीद कर लैणगे साडे। जदों सरदार करतार सिंह झब्बर ने उच्ची देनी ऐलान किया ना, मिस्टर करी डर गया, कहन लगा हुण ते मरण मरान ते हो गया काम। डर गया, क्यों डरिया? वो तनखाईए लोग साडे शहीदी फौजां साडा थोड़ा मुकाबला कर सकते हैं। वो तनख्वाह लैण वाले, इधर धन गुरु गोबिंद सिंह महाराज नूं प्यार करने वाले साडा थोड़ा मुकाबला कर सकते हैं। वो कईयां नूं चाह हुंदा चंगियां कोठियां दा, कईयां नूं चाह हुंदा चंगियां गड्डियां दा, कईयां नूं चाह हुंदा चंगियां घरां दा, कईयां नूं चाह हुंदा चंगे कपड़े पाउण दा। पर सिंघां नूं किहड़ा चाह? कबीर मोहे मरने का चाओ है, मरो तो हर के द्वार, मत हर पूछे कौन है, परा हमारे बाहर। सिंघां नूं चाह चढ़े अज शहीदियां पाउण दा। मिस्टर करी डर गया, कहन लगा हुणे चाबियां ले लो। सरदार करतार सिंह झब्बर नूं चाबियां दे दित्तियां। हुण सरदार करतार सिंह झब्बर ने जदों दरवाजा खोलिया ननकाणा साहिब दा, अंदर देखिया खून ही खून खिलरिया पिया, सारे खून ही खून डिग्गा पिया। ਜਿਹੜੇ ਚਪੱਚੇ 'ਚ ਲੋਕ ਪੈਰ ਧੋ ਕੇ ਅੰਦਰ ਆਉਂਦੇ ਸਨ, ਉਹ ਚਪੱਚਾ ਵੀ ਪੂਰਾ ਖੂਨ ਦੇ ਨਾਲ ਭਰਿਆ ਹੋਇਆ। ਜਲ ਨਜ਼ਰ ਨਹੀਂ ਆ ਰਿਹਾ, ਸਾਰਾ ਖੂਨ ਹੀ ਨਜ਼ਰ ਆ ਰਿਹਾ, ਸਾਰਾ ਖੂਨੋ ਖੂਨ ਹੋਏ ਆ। ਤੇ ਜਿਹੜੇ ਪੱਥਰ ਲੋਕ ਵੀ ਜਿਹੜੇ ਕਹਿੰਦੇ ਨਾ ਕਦੇ ਮੇਰੀ ਅੱਖ ਵਿੱਚੋਂ ਅੱਥਰੂ ਨਹੀਂ ਆਇਆ, ਉਹ ਵੀ ਅੰਦਰ ਰੋਣ ਲੱਗ ਪਏ। ਉਹਨਾਂ ਦੀ ਵੀ ਅੰਦਰ ਭੁੱਬਾਂ ਨਿਕਲ ਗਈਆਂ ਕਿ ਕੀ ਕਹਿਰ ਹੋ ਗਿਆ ਅੰਦਰ, ਕੀ ਕਹਿਰ ਹੋਇਆ ਅੰਦਰ। ਹੁਣ ਸਾਰਿਆਂ ਸਿੰਘਾਂ ਦੇ ਸਰੀਰ ਇਕੱਠੇ ਕਰਦੇ ਪਏ ਨੇ ਸਰਦਾਰ ਕਰਤਾਰ ਸਿੰਘ ਝੱਬਰ ਤੇ ਨਾਲ ਉਹਨਾਂ ਦੇ ਸਿੰਘ। ਹੁਣ ਦੇਖਦੇ ਨੇ ਕਿਸੇ ਦੀ ਇੱਕ ਖੋਪੜੀ ਮਿਲਦੀ ਏ, ਕਿਸੇ ਦੀ ਕੋਈ ਲੱਤ ਮਿਲਦੀ ਏ, ਕਿਸੇ ਦੀ ਬਾਂਹ ਮਿਲਦੀ ਏ। ਇਕੱਠੇ ਕਰਦੇ ਕਰਦੇ 119 ਖੋਪੜੀਆਂ ਇਹਨਾਂ ਨੂੰ ਅੰਦਰੋਂ ਮਿਲੀਆਂ, ਕੱਲੀਆਂ ਬੰਦਿਆਂ ਦੀਆਂ ਖੋਪੜੀਆਂ 119 ਅੰਦਰ ਖੋਪੜੀਆਂ ਮਿਲੀਆਂ ਇਹਨਾਂ ਨੂੰ। 7 ਖੋਪੜੀਆਂ ਇਹਨਾਂ ਨੂੰ ਭੱਠੀਆਂ 'ਚੋਂ ਮਿਲੀਆਂ, क्योंकि भट्ठियां च भी ਸਿੰਘਾਂ ਨੂੰ शहीद किया, चुक चुक के सुटिया इन्होंने। वो खोपड़ियां मिलियां, कट्ठियां कीतियां इन्होंने। फिर 4 अध सड़ियां लाशां, 4 अध सड़े शरीर मिले, वो भी इन्होंने इकट्ठे किए। फिर इन्हें इकट्ठे करके एक चिखा तैयार की। फिर इन्हों 10 टोकरे हड्डियां दे मिले, जी कलियां ही हड्डियां। टोकरे भरते पे सी क्योंकि शरीर तो मिलने नहीं सन पूरे, उन्होंने वट टोकी इन्नी की। 10 टोकरे हड्डियां दे मिले, वो चिखा विच उन्होंने रखे। फिर 4 टोकरे कल्ले मांस दे, कल्ले मांस दे 4 टोकरे मिले, वो भी चिखा विच रखे। रख के चिखा विच हुण अंतिम दर्शन करवा रहे ने सारिआं नूं, परिवार दे जीआं नूं अंतिम दर्शन करवा रहे ने। हुण दर्शन करन वास्ते माता हरनाम कौर जिहड़ी भाई दरबारा सिंह दी दादी माता सी, सरदार केहर सिंह दी जिहड़ी माता सी, वो भी आई। हुण आई, किसी ने कहा, कह लगे माता किथे लभेंगी अपना दरबारा सिंह तू, किथे लभेंगी अपना केहर सिंह तू। सारियां हड्डियां ही लभदियां पईयां, सारा मास ही खिल रहा, सारा खूनो खून होई धरती, किथे लभेंगी। माता कहन लगी आ सारे ही मेरे केहर सिंह ने, आ सारे मेरे दरबारा सिंह ने, आ सारे मेरे पुत्र ही ने। कहन लगी ये सारे मेरे ही पुत्र ने, सारे सारियां दे इक चिखा तैयार की। रागी हीरा सिंह ने वैरागमई कीर्तन किया। भाई जोध सिंह ने उथे अरदास की ते एक ऐलान किया। कहन लगे आके देख लो, असी अरदास दे विच कहने जिन्हां सिंघां सिंघणियां ने धर्म ते सीस दिते, बंद बंद कटाए, खोपरियां लुहाइयां, चरखड़ियां ते चढ़े, तन आरियां ना चरवाए गए, गुरुद्वारे दी सेवा लई कुर्बानियां कीतियां, धर्म नहीं हारिया, सिक्खी केसां सुआसां दे नाल निभाई। असी जज्बाती हो के अरदास विच नहीं कहंदे, जे किसी नूं छक के आके देख लो, इत्थे बंद बंद भी कट्टे गए ने, इत्थे टोटे टोटे हो गए ने सिंह, जे किसी नूं छक के ते आके वेख लो। भाई जोध सिंह ने ऐलान किया, अरदास की, आखिरी अरदास करके संस्कार किया सारे सिंघां दा, सारे सिंघां दा संस्कार किया उन्होंने। फिर नगरां विच खबरां पहुंचाईयां गईयां कि तेरा पुत्र शहीद हो गया, तेरा पुत्र शहीद हो गया। जिहड़ा भी जी गया सी उन्होंने खबरां पहुंचाईयां।
ਬੀਬੀ ਇੰਦਰ ਕੌਰ ਨੂੰ ਵੀ ਖਬਰ ਮਿਲੀ, ਜਿਹੜੀ ਲਛਮਣ ਸਿੰਘ ਧਾਰੋਵਾਲ ਦੀ ਧਰਮ ਪਤਨੀ ਸੀ। ਜਦੋਂ ਇੱਕ ਜਗ੍ਹਾ ਤੇ ਇਕੱਠੇ ਹੋਏ ਸੀ ਨਾ, ਬੀਬੀ ਇੰਦਰ ਕੌਰ ਤੁਰੀ ਸੀ, ਉਹਨਾਂ ਨੇ ਵਾਪਸ ਭੇਜਤੀ ਸੀ ਕਿ ਬੀਬੀਆਂ ਅੰਦਰ ਨਹੀਂ ਲਿਜਾਣੀਆਂ। ਸਾਰਿਆਂ ਕੋਲ ਪੈਸੇ ਇਕੱਠੇ ਕੀਤੇ, ਜਿੰਨੇ ਸਿੰਘ ਉਸ ਸਮੇਂ ਚੱਲੇ ਸੀ, ਤੇ ਪੈਸੇ ਹੋਏ 18 ਰੁਪਏ 6 ਆਨੇ। 18 ਰੁਪਏ 6 ਆਨੇ ਇਕੱਠੇ ਹੋਏ, ਬੀਬੀ ਇੰਦਰ ਕੌਰ ਨੂੰ ਦੇਤੇ ਸੀ। ਕਹਿਣ ਲੱਗੇ ਸੀ, ਭੈਣਾ ਜਿਹੜੇ ਨਾਲ ਦੇ ਸਿੰਘ ਸਨ, ਲਛਮਣ ਸਿੰਘ ਧਾਰੋਵਾਲ ਦੇ ਨਾਲ ਦੇ ਸਿੰਘ, ਉਹ ਕਹਿੰਦੇ ਭੈਣਾ ਜੇ ਤੇਰਾ ਪਤੀ ਲਛਮਣ ਸਿੰਘ ਧਾਰੋਵਾਲ ਸ਼ਹੀਦ ਹੋ ਗਿਆ, ਜੇ ਅਸੀਂ ਸਾਰੇ ਸ਼ਹੀਦ ਹੋ ਗਏ ਨਾ, ਤੇ ਸਾਡੀ ਅੰਤਮ ਅਰਦਾਸ ਕਰਵਾ ਦੀ। ਆਲਾ 18 ਰੁਪਏ ਤੇ 6 ਆਨੇ, ਇਹਦੇ ਨਾਲ ਤੂੰ ਅਰਦਾਸ ਕਰਾ ਦੀ। ਇੱਕ ਸਿੰਘ ਨੇ ਗੜਵਾ ਦਿੱਤਾ। ਗੜਵਾ ਕਹਿਣ ਲੱਗਾ, ਇਹ ਨਿਸ਼ਾਨੀ ਵਜੋਂ ਮੇਰੇ ਘਰ ਦੇ ਦੇ, ਇਹ ਨਿਸ਼ਾਨੀ ਵਜੋਂ ਮੇਰੇ ਘਰ ਦੇ ਦਿਓ। ਨਿਸ਼ਾਨੀਆਂ ਦਿੱਤੀਆਂ। ਹੁਣ ਸਾਰੇ ਨਗਰਾਂ ਵਿੱਚ ਖਬਰ ਪਹੁੰਚਾਈ ਗਈ। ਚੱਕ ਬੰਡਾਲੇ ਵੀ ਖਬਰ ਪਹੁੰਚੀ, ਜਿੱਥੇ ਦੇ ਬਾਰਾ ਸਿੰਘ ਤੇ ਪ੍ਰੀਤਮ ਸਿੰਘ ਜੀ ਗਏ ਸਨ, ਦੋ ਭਰਾ। ਖਬਰ ਪਹੁੰਚੀ। ਖਬਰ ਦੇਣ ਵਾਲੇ ਖਬਰ ਦੇਣ ਆਏ ਕਿ ਨਨਕਾਣਾ ਸਾਹਿਬ ਵਿੱਚ ਜਿੰਨੇ ਸਿੰਘ ਗਏ ਸੀ ਸਾਰੇ ਸ਼ਹੀਦ ਹੋ ਗਏ। ਪਿੰਡ ਦੇ ਸਰਪੰਚ ਨੂੰ ਬੁਲਾਇਆ ਗਿਆ। ਸਰਪੰਚ ਨੂੰ ਦੱਸਿਆ। ਕਹਿਣ ਲੱਗੇ ਜੀ ਇਹਨਾਂ ਦੇ 2 ਪੁੱਤਰ ਸਨ, ਮਾਤਾ ਦੇ, ਉਹ ਸ਼ਹੀਦ ਹੋ ਗਏ ਨੇ। ਸਰਪੰਚ ਕਹਿਣ ਲੱਗਾ, ਤੁਸੀਂ ਖਬਰ ਦਿੱਤੀ, ਹੁਣ ਤੁਸੀਂ ਘਰ ਜਾਵੋ। ਮਾਤਾ ਦੇ 2 ਹੀ ਪੁੱਤਰ ਸਨ, ਦੋਵੇਂ ਸ਼ਹੀਦ ਹੋ ਗਏ ਨੇ। ਮੈਂ ਆਪ ਹੀ ਦੱਸ ਦਾਂਗਾ ਜਾ ਕੇ, ਤੁਸੀਂ ਨਾ ਦੱਸਿਓ, ਤੁਸੀਂ ਨਾ ਦੱਸਿਓ, ਮੈਂ ਆਪ ਹੀ ਦੱਸ ਦਾਂਗਾ। ਸਿੰਘ ਵਾਪਸ ਚਲੇ ਗਏ। ਸਾਰੇ ਨਗਰ ਨੂੰ ਬੁਲਾਇਆ ਗਿਆ। ਹੁਣ ਮਾਤਾ ਨੂੰ ਵੀ ਬੁਲਾਇਆ। ਉੱਥੇ ਸਿੰਘ ਇਕੱਠੇ ਹੋਏ ਨੇ। ਮਾਤਾ ਪੁੱਛਣ ਲੱਗੀ, ਕੀ ਗੱਲ ਏ, ਬੋਲਦੇ ਨਹੀਂ ਤੁਸੀਂ, ਕੀ ਗੱਲ ਏ? ਹੁਣ ਸਰਪੰਚ ਨੇ ਵੀ ਨੀਵੀਂ ਪਾਈ ਹੋਈ ਹੈ, ਪਿੰਡ ਦੀ ਸੰਗਤ ਨੇ ਵੀ ਨੀਵੀਂ ਪਾਈ ਹੋਈ ਹੈ। ਮਾਤਾ ਕਹਿਣ ਲੱਗੀ, ਬੋਲਦੇ ਨਹੀਂ, ਕੀ ਗੱਲ ਏ? ਹੁਣ ਬੋਲੇ ਕਿਹੜਾ ਕਿ ਮਾਤਾ ਤੇਰੇ ਪੁੱਤਰ ਸ਼ਹੀਦ ਹੋ ਗਏ। ਕੋਈ ਨਹੀਂ ਬੋਲਿਆ ਇਹਨਾਂ ਨੂੰ। ਮਾਤਾ ਬੋਲੀ, ਕਹਿਣ ਲੱਗੀ, ਮੇਰੇ ਪੁੱਤਰ ਦੋਵੇਂ ਸ਼ਹੀਦ ਹੋ ਗਏ ਨੇ ਨਾ, ਇਹੀ ਖਬਰ ਆਈ ਨਾ, ਮੇਰੇ ਪੁੱਤਰ ਸ਼ਹੀਦ ਹੋ ਗਏ ਨੇ ਨਾ। ਤੇ ਸਾਰਿਆਂ ਦੀ ਅੱਖਾਂ 'ਚੋਂ ਹੰਝੂ ਆ ਗਏ। ਕਹਿਣ ਲੱਗੇ, ਹਾਂ ਮਾਤਾ ਇਹੀ ਖਬਰ ਆਈ, ਤੇਰੇ ਪੁੱਤਰ ਸ਼ਹੀਦ ਹੋ ਗਏ, ਇਹੀ ਖਬਰ ਆਈ, ਤੇਰੇ ਪੁੱਤਰ ਸ਼ਹੀਦ ਹੋ ਗਏ ਨੇ। ਮਾਤਾ ਕਹਿਣ ਲੱਗੀ, ਫਿਰ ਕੀ ਹੋਇਆ, ਮੇਰੇ 2 ਪੁੱਤਰ ਸ਼ਹੀਦ ਹੋ ਗਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 4 ਪੁੱਤਰ ਸ਼ਹੀਦ ਕਰਵਾਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 4 ਪੁੱਤਰ ਸ਼ਹੀਦ ਕਰਵਾਏ ਨੇ। 2 ਪੁੱਤਰ ਸ਼ਹੀਦ ਹੋ ਗਏ ਤੇ ਫਿਰ ਕੀ ਹੋ ਗਿਆ? ਨਨਕਾਣਾ ਸਾਹਿਬ ਦੇ ਵਿੱਚ ਇੰਨਾ ਨਰੈਣੂ ਮਹੰਤ ਨੇ ਕਹਿਰ ਕੀਤਾ, ਤੇ ਸਰਦਾਰ ਦਲੀਪ ਸਿੰਘ ਸਾਹੋਵਾਲ, ਜਿਨ੍ਹਾਂ ਦੇ ਪਰਿਵਾਰ ਵਿੱਚੋਂ ਭਾਈ ਹਰਮਨਦੀਪ ਸਿੰਘ ਜੀ ਸਾਡੇ ਕੋਲ ਪਹੁੰਚੇ ਹੋਏ ਨੇ। ਇਹ ਸਰਦਾਰ ਦਲੀਪ ਸਿੰਘ ਸਾਹੋਵਾਲ ਦੇ ਪਰਿਵਾਰ ਦੇ ਵਿੱਚੋਂ ਨੇ, ਉਹਨਾਂ ਦੇ ਪਰਿਵਾਰ ਵਿੱਚੋਂ ਨੇ। ਉਹ ਦਲੀਪ ਸਿੰਘ ਸਾਹੋਵਾਲ ਸਰਦਾਰ ਜੀ ਉੱਥੇ ਸ਼ਹੀਦ ਹੋਏ ਸੀ। ਅਸੀਂ ਇਹਨਾਂ ਨੂੰ ਬੇਨਤੀ ਕੀਤੀ ਕਿ ਸਾਡੇ ਕੋਲ ਤੁਸੀਂ ਆਣਾ, ਕਿਉਂਕਿ ਅਸੀਂ ਨਨਕਾਣਾ ਸਾਹਿਬ ਦੇ ਜਿਹੜਾ 100 ਸਾਲਾ ਸ਼ਹੀਦੀ ਉਹਨੂੰ ਮਨਾ ਰਹੇ ਹਾਂ, ਸਾਡੇ ਕੋਲ ਪਹੁੰਚਣਾ। ਇਹਨਾਂ ਨੇ ਬੇਨਤੀ ਸਾਡੀ ਪ੍ਰਵਾਨ ਕੀਤੀ ਤੇ ਸਾਡੀ ਸੰਗਤ ਵਿੱਚ ਪਹੁੰਚੇ ਨੇ। 21 ਫਰਵਰੀ ਨੂੰ 100 ਸਾਲਾ ਨਨਕਾਣਾ ਸਾਹਿਬ ਦਾ ਜਿਹੜਾ ਸ਼ਹੀਦੀ ਦਿਹਾੜਾ, ਉਹ ਭਾਈ ਹਰਮਨਦੀਪ ਸਿੰਘ ਹੋਰਾਂ ਨੇ ਵੀ ਆਪਣੇ ਨਗਰ ਜੰਡ ਵਿਖੇ ਮਨਾਉਣਾ। ਸਾਰੀ ਸੰਗਤ ਨੂੰ ਬੇਨਤੀ ਉੱਥੇ ਪਹੁੰਚਿਓ। ਸਾਰੀ ਸੰਗਤ ਨੂੰ ਇਹ ਬੇਨਤੀ ਹੈ ਭਾਈ ਸਾਹਿਬ ਵੱਲੋਂ ਕਿ ਉੱਥੇ ਸਾਰੀ ਸੰਗਤ ਪਹੁੰਚੇ। ਨਨਕਾਣਾ ਸਾਹਿਬ ਵਿੱਚ ਇੰਨਾ ਕਹਿਰ ਕੀਤਾ ਮਹੰਤਾਂ ਨੇ, ਤੇ ਨਨਕਾਣਾ ਸਾਹਿਬ ਸਿੱਖੀ ਦਾ ਦਿਲ ਹੈ, ਸਿੱਖੀ ਦਾ ਦਿਲ। ਇੱਕ ਦਿਨ ਹਜ਼ੂਰੀ ਰਾਗੀ ਗੱਲ ਸੁਣਾ ਰਹੇ ਸਨ। ਕਹਿੰਦੇ ਜਦੋਂ 1984 ਦੇ ਵਿੱਚ 1984 ਚ ਹਜ਼ੂਰੀ ਰਾਗੀ ਨੇ ਬਾਤ ਸੁਣਾਈ। ਕਹਿੰਦੇ ਜਦੋਂ 1984 ਦੇ ਵਿੱਚ ਸਮੇਂ ਦੀ ਸਰਕਾਰ ਨੇ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ ਨਾ, ਤੇ ਜਿਸ ਸਮੇਂ ਪਹਿਲਾ ਗੋਲਾ ਵੱਜਾ, ਪਹਿਲਾ ਗੋਲਾ ਜਦੋਂ ਹਰਿਮੰਦਰ ਸਾਹਿਬ ਦੇ ਅੰਦਰ ਉਹਨਾਂ ਨੇ ਮਾਰਿਆ ਨਾ ਸਮੇਂ ਦੀ ਸਰਕਾਰ ਨੇ, ਤੇ ਕਹਿਣ ਲੱਗੇ ਨਨਕਾਣਾ ਸਾਹਿਬ ਦੇ ਗੁੰਮਤ ਨੂੰ ਤਰੇੜ ਪੈ ਗਈ। ਨਨਕਾਣਾ ਸਾਹਿਬ ਕਿੱਥੇ ਤੇ ਹਰਿਮੰਦਰ ਸਾਹਿਬ ਕਿੱਥੇ? ਕਹਿਣ ਲੱਗੇ ਨਨਕਾਣਾ ਸਾਹਿਬ ਦੇ ਗੁੰਮਤ ਨੂੰ ਉੱਥੇ ਤਰੇੜ ਪੈ ਗਈ। ਕਿਉਂ? ਕਿਉਂਕਿ ਦਿਲ ਤੇ ਇੱਕ ਹੀ ਹੈ ਨਾ। ਨਨਕਾਣਾ ਸਾਹਿਬ ਵੀ ਉਹੀ ਹੈ ਤੇ ਹਰਿਮੰਦਰ ਸਾਹਿਬ ਵੀ ਉਹੀ ਹੈ। ਤੇ ਕਹਿਣ ਲੱਗੇ ਜਿਹੜਾ ਉਹ ਜੰਡ ਜਿੱਥੇ ਲਛਮਣ ਸਿੰਘ ਧਾਰੋਵਾਲ ਨੂੰ ਪੁੱਠਾ ਬੰਨ ਕੇ ਸ਼ਹੀਦ ਕੀਤਾ ਸੀ ਨਾ, ਉਹ ਜੰਡ ਦੇ ਵਿੱਚੋਂ ਖੂਨ ਸਿੰਮਦਾ ਸੀ। ਉਦਣ ਜਿੱਦਣ ਇੱਥੇ ਹਮਲਾ ਹੋ ਰਿਹਾ ਸੀ, ਇੱਥੇ ਹਮਲਾ ਹੋ ਰਿਹਾ ਸੀ, ਉੱਥੇ ਖੂਨ ਸਿੰਮਦਾ ਪਿਆ ਸੀ ਜੰਡ ਦੇ ਵਿੱਚੋਂ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਹੁਣ ਸਾਡੇ ਵਿੱਚ ਪੰਥ ਦੇ ਮਹਾਨ ਵਿਦਵਾਨ, ਪੰਥ ਦੇ ਮਹਾਨ ਕੀਰਤਨੀਏ, ਸਿੱਖ ਸਦ ਭਾਵਨਾ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਜੀ ਵਡਾਲਾ ਪਹੁੰਚੇ ਨੇ। ਦਿੱਲੀ ਤੋਂ ਸਪੈਸ਼ਲ ਆਏ ਨੇ। ਦਿੱਲੀ ਦੀ ਧਰਤੀ ਤੇ ਸਿੰਘਾਂ ਨੇ ਮੋਰਚਾ ਲਾਇਆ ਹੋਇਆ ਹੈ, ਤੇ ਉਸ ਮੋਰਚੇ ਵਿੱਚ ਅਸੀਂ ਵੀ ਸਾਥ ਦੇਣਾ। ਉਸ ਮੋਰਚੇ ਦੇ ਵਿੱਚ, ਉਸ ਮੋਰਚੇ 'ਚ ਅਸੀਂ ਵੀ ਸਾਥ ਦੇਣਾ। ਸਾਥ ਕੀ ਦੇਣਾ? ਜਿਹੜਾ ਜਾ ਨਹੀਂ ਨਾ ਸਕਦਾ, ਪਹਿਲੀ ਬੇਨਤੀ ਤੇ ਘਰ ਦਾ ਹਰ ਇੱਕ ਬੰਦਾ ਉੱਥੇ ਜਾਵੋ।
ਵਾਰੀ ਸਿਰ ਜਾਵੋ, ਪਰ ਇੱਕ ਬੰਦਾ ਉੱਥੇ ਜ਼ਰੂਰ ਜਾਵੋ। ਜੇ ਕੋਈ ਨਹੀਂ ਜਾ ਸਕਦਾ, ਉਹ ਜਿਹੜਾ ਇਹਨਾਂ ਦਾ ਸਮਾਨ ਬਣਦਾ ਨਾ, ਲਾਈਵ ਚੱਲ ਰਿਹਾ, ਸਾਰੇ ਆਲ ਵਰਲਡ ਦੇਖ ਰਹੇ ਨੇ, ਜਿਹੜਾ ਇਹਨਾਂ ਦਾ ਸਮਾਨ ਬਣਦਾ ਖਾਣ ਪੀਣ ਵਾਲਾ, ਉਹ ਆਪਣੇ ਘਰਾਂ 'ਚ ਨਾ ਲੈ ਕੇ ਆਓ, ਨਾ ਲਿਆਓ। ਇੱਕ ਦੁਕਾਨਦਾਰ ਕਹਿੰਦਾ ਮੈਂ ਤੁਹਾਡਾ ਸਾਰਾ ਕਬਜ਼ਾ ਹੀ, ਘਰ ਵੀ ਕਬਜ਼ੇ 'ਚ ਕਰ ਲੈਣਾ, ਤੁਹਾਡੀ ਜ਼ਮੀਨ ਜਾਇਦਾਦ ਵੀ ਕਬਜ਼ੇ 'ਚ ਕਰ ਲੈਣੀ ਹੈ, ਤੁਸੀਂ ਰੋਟੀ ਵੀ ਮੇਰੇ ਕੋਲ ਪੁੱਛ ਕੇ ਖਾਓਗੇ, ਅਸੀਂ ਫਿਰ ਵੀ ਉਸ ਦੁਕਾਨਦਾਰ ਕੋਲ ਸਮਾਨ ਲਿਆਈਏ, ਫਿਰ ਸਾਡੇ ਵਾਸਤੇ ਮਾੜੀ ਗੱਲ ਹੈ ਨਾ। ਜਿੰਨਾ ਉਹਨਾਂ ਦਾ ਖਾਣ ਵਾਲਾ ਸਮਾਨ ਬਣਦਾ ਉਹਦਾ ਬਾਈਕਾਟ ਕਰੋ। ਫਿਰ ਜਿਹੜਾ ਗੋਦੀ ਮੀਡੀਆ ਆ, ਸਾਰੇ ਅਸੀਂ ਬੈਠੇ ਆ, ਕੇਬਲਾਂ ਸਾਰਿਆਂ ਨੇ ਲਵਾਈਆਂ ਘਰ 'ਚ, ਜਿਹੜੇ ਆ ਨਿਊਜ਼ ਚੈਨਲ ਨੇ ਨਾ, ਕੇਬਲ ਵਾਲਾ ਜਦੋਂ ਪੈਸੇ ਲੈਣ ਆਉਂਦਾ ਤੁਹਾਡੇ ਘਰ, ਉਹਨੂੰ ਕਹੋ ਜਿੰਨੇ ਨਿਊਜ਼ ਚੈਨਲ ਅਸੀਂ ਨਹੀਂ ਵੇਖਣੇ, ਕਹਿੰਦੇ ਨਹੀਂ ਪੈਸੇ ਅਸੀਂ ਦੇਣੇ। ਨਿਊਜ਼ ਚੈਨਲ ਬੰਦ ਕਰੋ, TRP ਡਿੱਗੇਗੀ, ਇਹਨਾਂ ਨੂੰ ਪਤਾ ਲੱਗ ਜਾਏਗਾ। ਫਿਰ ਜਿੰਨੀਆਂ ਸਿੰਮਾਂ ਨੇ ਉਹ ਬੰਦ ਕਰੋ, ਜਿੰਨੇ ਇਹਨਾਂ ਦੇ ਮੌਲ ਨੇ ਉਦਯੋਗਪਤੀਆਂ ਦੇ ਉਹ ਬੰਦ ਕਰੋ, ਇਹਨਾਂ ਦਾ ਰਾਸ਼ਨ ਲੈਣਾ ਬੰਦ ਕਰੋ, ਇਹਨਾਂ ਦੇ ਜਿੰਨੀਆਂ ਸਿੰਮਾਂ ਵਰਤਣੀਆਂ ਬੰਦ ਕਰੋ। ਇਹਨਾਂ ਨੂੰ ਪਤਾ ਲੱਗ ਜਾਵੇ ਕਿ ਅਸੀਂ ਸਾਰੇ ਇੱਕ ਹਾਂ, ਫਿਰ ਪਤਾ ਲੱਗਣਾ ਇਹਨੂੰ ਅਸੀਂ ਸਾਰੇ ਇੱਕ ਹਾਂ। ਨਹੀਂ ਤੇ ਇਦਾਂ ਜੇ ਅਸੀਂ ਕਹਾਂਗੇ ਸਾਡੀ ਕਿਹੜੀ ਕੋਈ ਜ਼ਿੰਮੇਵਾਰੀ ਏ, ਜ਼ਿੰਮੇਵਾਰੀ ਸਭ ਦੀ ਬਣਦੀ। ਜਦੋਂ ਜੰਗ ਜਿੱਤਣੀ ਹੋਵੇ ਨਾ, ਜੰਗ ਜਿੱਤਣੀ ਹੋਵੇ, ਫਿਰ ਏਕਤਾ ਦੇ ਨਾਲ ਹੀ ਜੰਗ ਜਿੱਤੀ ਜਾਂਦੀ ਏ। ਇਹ ਨਹੀਂ ਕਿ ਇਕੱਲੇ ਇਕੱਲੇ ਤੁਰੇ ਫਿਰੀਏ, ਫਿਰ ਜੰਗ ਨਹੀਂ ਜਿੱਤੀ ਜਾਂਦੀ। ਤੇ ਦਿੱਲੀ ਨੂੰ ਖਬਰ ਲੱਗ ਜੇ, ਆ ਦਿੱਲੀ ਵਾਲੇ ਕਹਿੰਦੇ ਨੇ ਨਾ 3 ਮਿੰਟ ਮੇਰੇ ਰਹਿ ਗਏ ਭਾਈ ਸਾਹਿਬ ਜੀ, 12 ਵਜੇ ਪੂਰੇ ਸਮਾਪਤੀ ਕਰ ਦਾਂਗਾ। ਆ ਦਿੱਲੀ ਵਾਲੇ ਕਹਿੰਦੇ ਨੇ, ਲਾਈਵ ਚੱਲ ਰਿਹਾ, ਦਿੱਲੀ ਵਾਲੇ ਕਹਿੰਦੇ ਜਿਹੜੇ ਕਿਸਾਨ ਨੇ, ਅਨਪੜ੍ਹ ਨੇ, ਇਹ ਕਿਤੋਂ ਪੀਜੇ ਖਾ ਸਕਦੇ ਨੇ, ਦਿੱਲੀ ਵਾਲੇ ਕਹਿੰਦੇ ਲੋਕ। ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇੱਕ ਇੱਕ ਪੁੱਤਰ ਸਾਡਾ ਵਿਦੇਸ਼ਾਂ ਵਿੱਚ ਵੀ ਗਿਆ ਹੋਇਆ, ਇੱਕ ਪੁੱਤਰ ਸਾਡਾ ਪੀਜੇ ਵੀ ਖਾ ਸਕਦੇ ਨੇ। ਕਈ ਕਹਿੰਦੇ ਜੀ ਅੰਗਰੇਜ਼ੀ ਨਹੀਂ ਬੋਲ ਸਕਦੇ ਇਹ ਲੋਕ, ਤੇ ਕਦੇ ਕਹਿੰਦੇ ਨੇ ਜੀ ਇਹ ਸਾਡੇ ਨਾਲ ਨਹੀਂ ਬੈਠ ਸਕਦੇ, ਇਹਨਾਂ ਦੀ ਔਕਾਤ ਨਹੀਂ ਹੈਗੀ, ਇਹਨਾਂ ਦੀ ਕੀ ਔਕਾਤ ਨਹੀਂ ਸਾਡੇ ਨਾਲ ਬੈਠ ਸਕਣ। ਉਹ ਮੋਟੇ ਢਿੱਡ ਵਾਲਾ, ਮੋਟੀਆਂ ਮੋਟੀਆਂ ਅੱਖਾਂ ਵਾਲਾ ਗੰਜਾ ਜਿਹਾ ਕਹਿੰਦਾ ਇਹਦੀ ਔਕਾਤ ਨਹੀਂ ਸਾਡੇ ਨਾਲ ਬੈਠ ਸਕਣ। ਕਿਉਂਕਿ ਮੈਂ ਛਾਹ ਵਾਂ, ਮੇਰਾ ਨਾਂ ਛਾਹ ਵੇ, ਮੈਂ ਛਾਹ, ਮੇਰਾ ਨਾਂ ਛਾਹ ਵੇ, ਸਾਡੇ ਨਾਲ ਨਹੀਂ ਬੈਠ ਸਕਦੇ। ਪਰ ਇਹਨੂੰ ਇਹ ਨਹੀਂ ਪਤਾ ਕਿ ਅਸੀਂ ਛਾਹਾਂ ਦੇ ਪੁੱਤਰ ਹਾਂ, ਛਾਹਾਂ ਦੇ ਵੀ ਛਾਹਾਂ ਦੇ ਪੁੱਤਰ ਹਾਂ। ਸੱਜਣ ਸੱਚਾ ਪਾਤਸ਼ਾਹ, ਸਿਰ ਛਾਹਾਂ ਦੇ ਛਾਹ, ਜਿਸ ਪਾਸ ਬੈਠੇ ਆ ਸੋਹੀ ਹੈ ਸਭਨਾ ਦਾ ਵਿਸਾ। ਇਹਨੂੰ ਇਹ ਨਹੀਂ ਪਤਾ, ਇਹਨੂੰ ਇਹ ਨਹੀਂ ਪਤਾ ਕਿ ਸਾਡਾ ਗੁਰੂ ਛਾਹ ਵੇ, ਛਾਹਾਂ ਦਾ ਵੀ ਛਾਹ ਵੇ। ਫਿਰ ਅਸੀਂ ਛਾਹਾਂ ਦੇ ਪੁੱਤਰ, ਬਾਬਾ ਮੱਖਣ ਛਾਹ ਲਬਾਣਾ ਉਹ ਛਾਹ, ਬਾਬਾ ਲੱਖੀ ਛਾਹ ਮੰਜਾਰਾ ਉਹ ਛਾਹ, ਜਿਨ੍ਹਾਂ ਦੇ ਜਹਾਜ਼ ਚੱਲਦੇ ਸਨ, ਦੇਸ਼ਾਂ ਵਿਦੇਸ਼ਾਂ ਵਿੱਚ ਵਪਾਰ ਕਰਦੇ ਸਨ। ਅਸੀਂ ਉਹਨਾਂ ਦੇ ਪੁੱਤਰ। ਤੇਰਾ ਤੇ ਨਾਂ ਹੀ ਛਾਹ ਵੇ ਕੱਲਾ, ਤੂੰ ਤੇ ਨਕਲੀ ਛਾਹ ਵੇ। 2-4 ਸਾਲ ਹੈਗਾ, ਤੂੰ ਕਹਿੰਦਾ ਸਾਡੀ ਨਹੀਂ ਔਕਾਤ, ਅਸੀਂ ਤੈਨੂੰ ਪਹੁੰਚਾ ਦੇਣਾ ਗੁਜਰਾਤ, ਅਸੀਂ ਤੈਨੂੰ ਪਹੁੰਚਾ ਦੇਣਾ ਗੁਜਰਾਤ। ਤੂੰ ਤੇ ਨਕਲੀ ਛਾਂ, ਤੇਰਾ ਨਾਂ ਛਾਂ ਵੇ ਕੱਲਾ। ਅੱਜ ਹੈਗਾ ਕੱਲ ਹੈ ਨਹੀਂ, ਅਸੀਂ ਅਸਲੀ ਛਾਂ ਦੇ ਪੁੱਤਰ ਆ, ਜਿਹਦੇ ਅੱਜ ਵੀ ਜਾ ਕੇ ਲੱਖੀ ਛਾਂ ਬੰਜਾਰਾ ਦੇ ਘਰ ਵੇਖ ਜਾ ਕੇ, ਜਿਨੇ ਧੜ ਦਾ ਸੰਸਕਾਰ ਕੀਤਾ। ਅਸਲੀ ਛਾਹਾਂ ਦੇ ਪੁੱਤਰ ਅਸੀਂ, ਛਾਹਾਂ ਦੇ ਪੁੱਤਰ ਦਿੱਲੀ ਬੈਠੇ ਹੋਏ ਨੇ। ਤੈਨੂੰ ਭਜਾਣਗੇ, ਫਿਰ ਤੈਨੂੰ ਸਾਹ ਆਣਾ, ਇਦਾਂ ਤੈਨੂੰ ਪਤਾ ਨਹੀਂ ਲੱਗਣਾ। ਅਜੇ ਤੱਕ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਜੇ ਕਿਸੇ ਦੇ ਖਿਲਾਫ ਕੋਈ ਸ਼ਾਨ ਦੇ ਖਿਲਾਫ ਵੱਧ ਘੱਟ ਬੋਲਿਆ ਗਿਆ ਤੇ ਮਾਫ ਕਰਨਾ। ਹੁਣ ਬਹੁਤ ਹੀ ਵਿਦਵਾਨ ਆਪ ਜੀ ਨਾਲ ਸਾਂਝ ਪਾਣਗੇ, ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।